ਬੰਦੋਂ ਬਾਰ ਬਾਰ ਜਗਦੀਸ਼ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯਾ ਬਿਦ ਖੋਜਤ ਵਾਰ ਤੇ ਪਾਰ ਤੇ ਹਾਰ ਪਰੇ ਨਹਿ ਵਾਰ ਤੇ ਪਾਇਓ। ਗੁੰਮ ਪਇਓ ਤਰਨੀ ਕੇ ਧਸਿਓ। ਦੂਰ ਕੈਸੇ ਗਇਓ ਯਹ ਨੈਣ ਲਿਖਾਇਓ। ਸ਼੍ਰੀ ਗੁਰ ਕੀਰਤ ਸਾਗਰ ਸੇ ਮਤ ਮਾਨਵ ਕੇ ਤਟ ਪੈ ਅਬ ਲਾਇਓ। ਕਿਉ ਤਹ ਥਾਹ ਲਖੇ ਬਿਨ ਥਾਹੇ ਖਰੇ ਸੁਖ ਚਾਹੇ ਨਾ ਕੋ ਬਿਦ ਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਸਾਹਿਬ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ, ਵੱਡਿਆਂ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਅੱਜ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਕਾਰਯੋਗ ਮਾਤਾ ਜੀਤੋ ਜੀ ਦੇ ਉਦਰ ਤੋਂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਬਾਬਾ ਫਤਿਹ ਸਿੰਘ ਨਾਮਕਰਨ ਖੁਦ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਕੀਤਾ ਹੈ। ਬਾਬਾ ਫਤਿਹ ਸਿੰਘ ਜੀ ਦੀ ਪਰਵਰਿਸ਼ ਸਤਿਗੁਰਾਂ ਦੇ ਹਦੂਦ ਹੋਈ ਹੈ, ਮਹਾਰਾਜ ਜੀ ਦੇ ਚਰਨਾਂ ਵਿੱਚ ਹੋਈ ਹੈ। ਬਚਨ ਕਹੇ ਗੁਰੂ ਜੀ ਨੇ ਤਬ ਫਤਿਹ ਸਿੰਘ ਕੋ ਬੁਲਾਇਆ, ਚਲੇਗਾ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ। ਜਦੋਂ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਸਥਾਨ ਹੈ, ਉੱਥੋਂ ਸੁੰਦਰ ਉੱਚਾ ਦੁਮਾਲਾ ਤੇ ਨੀਲੇ ਰੰਗ ਦਾ ਬਾਣਾ ਧਾਰਨ ਕਰਕੇ ਬਾਬਾ ਫਤਿਹ ਸਿੰਘ ਕਲਗੀਧਰ ਦੇ ਦਰਬਾਰ 'ਚ ਆਏ ਤਾਂ ਉੱਠ ਕੇ ਸਤਿਗੁਰਾਂ ਨੇ ਬਾਬਾ ਫਤਿਹ ਸਿੰਘ ਜੀ ਨੂੰ ਫਤਿਹ ਗਜਾਈ ਤੇ ਸਤਿਕਾਰ ਕੀਤਾ। ਸਿੱਖਾਂ ਦੇ ਪੁੱਛਣ ਤੇ ਸਤਿਗੁਰਾਂ ਨੇ ਦੱਸਿਆ ਕਿ ਮਹਾਕਾਲ ਦਾ ਅਕਾਲ ਪੁਰਖ ਦਾ ਸਰੂਪ ਹੈ। ਇਹ ਵਰ ਦਿੱਤਾ ਸੀ ਕਿ ਫਤਿਹ ਸਿੰਘ ਜੀ ਤੁਹਾਡੇ ਵਰਗੇ ਇਸ ਸਰੂਪ ਵਾਲਾ ਪੰਥ ਚੱਲੇਗਾ, ਜਿਨ੍ਹਾਂ ਨੂੰ ਅਸੀਂ ਲਾਡਲੀਆਂ ਫੌਜਾਂ ਕਹਿੰਦੇ ਆ, ਨਿਹੰਗ ਸਿੰਘ। ਉਹ ਕਲਗੀਧਰ ਦੇ ਵਚਨਾਂ ਨਾਲ ਬਾਬਾ ਫਤਿਹ ਸਿੰਘ ਜੀ ਦੀਆਂ ਫੌਜਾਂ ਸਦਾਉਂਦੀਆਂ ਨੇ। ਬਾਬਾ ਫਤਿਹ ਸਿੰਘ ਜੀ ਕਲਗੀਧਰ ਦੇ ਸਭ ਤੋਂ ਛੋਟੇ ਲਾਡਲੇ ਸਪੁੱਤਰ ਨੇ, ਇਸ ਕਰਕੇ ਉਹਨਾਂ ਦੇ ਜਿਤਨੇ ਜਥੇ ਨੇ ਨਿਹੰਗ ਸਿੰਘਾਂ ਦੇ
ਉਹ ਕਲਗੀਧਰ ਦੀਆਂ ਲਾਡਲੀਆਂ ਫੌਜਾਂ ਹਨ। ਐਸੇ ਮਹਾਂਪੁਰਸ਼ ਬਾਬਾ ਫਤਿਹ ਸਿੰਘ ਸਾਹਿਬ ਤਿਨਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਵੇਈ ਨਦੀ 'ਚ ਪ੍ਰਵੇਸ਼ ਕੀਤਾ ਹੈ। ਬੇਰੀ ਦਾ ਇੱਕ ਦਾਤਣ ਸੀ ਜੋ ਸਤਿਗੁਰੂ ਜੀ ਕਰ ਰਹੇ ਨੇ, ਤੇ ਉਹ ਦਾਤਣ ਗੁਰਦੇਵ ਨੇ ਜ਼ਮੀਨ 'ਚ ਗੱਡੀ ਹੈ, ਜਿਹਦੀ ਬੇਰ ਬਣ ਗਈ, ਜੋ ਅੱਜ ਵੀ ਉੱਥੇ ਬੇਰ ਸਾਹਿਬ ਸੁਸ਼ੋਭਤ ਹੈ, ਸੁਲਤਾਨਪੁਰ ਸਾਹਿਬ। ਵੇਈ 'ਚ ਪ੍ਰਵੇਸ਼ ਕੀਤਾ ਹੈ। ਸਤਿਗੁਰੂ ਜੀ ਬਾਹਰ ਨਹੀਂ ਆਏ। ਸੇਵਾਦਾਰ ਨੇ ਭੱਜ ਕੇ ਨਵਾਬ ਦੌਲਤ ਖਾਂ ਨੂੰ ਦੱਸਿਆ ਹੈ। ਇੱਕਦਮ ਪੂਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਨਾਨਕ ਮੋਦੀ ਵੇਈ ਨਦੀ 'ਚ ਪ੍ਰਵੇਸ਼ ਕਰ ਗਿਆ, ਮੁੜ ਕੇ ਨਜ਼ਰ ਨਹੀਂ ਪਿਆ ਆਉਂਦਾ। ਦੌਲਤ ਖਾਂ ਨੇ ਉਸੇ ਵੇਲੇ ਕੇਵਟ ਸੱਦੇ ਨੇ, ਮਲਾਹ ਸੱਦੇ ਨੇ, ਜਿਹੜੇ ਜਾਲ ਪਾ ਕੇ ਵਿੱਚ ਵੇਖ ਰਹੇ ਨੇ, ਭਾਲ ਕਰ ਰਹੇ ਨੇ। ਪਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਵੇਈ ਵਿੱਚੋਂ ਨਜ਼ਰ ਨਹੀਂ ਆਉਂਦੇ, ਕਿਉਂਕਿ ਸਾਹਿਬ ਦਾ ਇਹ ਚੁੱਭਾ ਨਿਰੰਕਾਰ ਦੇ ਦੇਸ਼ ਵਿੱਚ ਹੈ, ਜਿੱਥੇ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਬਿਰਾਜਮਾਨ ਹੋ ਕੇ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲ ਰਹੇ ਨੇ। ਜਿੱਥੇ ਜਾ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸੋਦਰ ਉਚਾਰਿਆ ਹੈ, ਸੋ ਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਉਸ ਜਗ੍ਹਾ ਤੇ ਸਤਿਗੁਰੂ ਜੀ ਗਏ ਨੇ। ਇਸ ਕਰਕੇ ਵੇਈ ਨਦੀ ਚੋਂ ਕਿਤੇ ਲੱਭ ਨਹੀਂ ਰਹੇ। ਜੋ ਸੁਲਤਾਨਪੁਰ ਸਾਹਿਬ ਵਿੱਚ ਬੀਤ ਰਿਹਾ ਹੋ ਰਿਹਾ, ਉਹ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯਾ ਬਿਦ ਖੋਜਤ ਵਾਰ ਤੇ ਪਾਰ ਤੇ। ਇਸ ਪ੍ਰਕਾਰ ਨਾਲ ਕਦੇ ਵੇਈ ਨਦੀ ਦੇ ਉਰਲੇ ਪਾਸਿਓਂ ਦੀ ਇਹ ਜਾਲ ਪਾ ਕੇ ਖੋਜਦੇ ਨੇ, ਕਦੇ ਵੇਈ ਦੇ ਪਾਰਲੇ ਪਾਸੇ ਜਾ ਕੇ ਪਾਰਲੇ ਕਿਨਾਰੇ ਤੇ ਜਾਲ ਪਾ ਕੇ ਖੋਜ ਕਰ ਰਹੇ ਹਨ। ਹਾਰ ਪਰੇ ਨਹਿ ਵਾਰ ਤੇ ਪਾਇਓ। ਨਾ ਇਧਰੋਂ ਸਤਿਗੁਰੂ ਜੀ ਵੇਈ ਚੋਂ ਲੱਭੇ ਨੇ, ਨਾ ਪਾਰਲੇ ਪਾਸਿਓਂ ਜਾ ਕੇ ਕਿਤੇ ਵੇਈ ਦੇ ਕਿਨਾਰੇ ਤੇ ਮਿਲੇ ਹਨ। ਗੁੰਮ ਪਇਓ ਤਰਨੀ ਕੇ ਤਸਿਓ। ਦੋਰ ਕਹਿੰਦੇ ਮਾਨੋ ਕਿਤੇ ਗੁੰਮ ਹੋ ਗਏ ਨੇ। ਲੋਕ ਗੱਲਾਂ ਕਰਦੇ ਨੇ, ਕਹਿੰਦੇ ਕਿਤੇ ਜ਼ਮੀਨ ਵਿੱਚ ਧਰਤੀ ਵਿੱਚ ਧਸ ਗਏ ਨੇ, ਸਮਾ ਗਏ ਨੇ। ਕੈਸੇ ਗਇਓ ਨਹਿ ਨੈਣ ਲਖਾਇਓ। ਗੱਲਾਂ ਕਰ ਰਹੇ ਨੇ ਲੋਕ, ਕਹਿੰਦੇ ਕਿੱਥੇ ਚਲੇ ਗਏ ਹੋਣਗੇ, ਨਜ਼ਰ ਨਹੀਂ ਆਉਂਦੇ, ਪਤਾ ਹੀ ਨਹੀਂ ਲੱਗ ਰਿਹਾ। ਵੇਈ ਨਦੀ ਦਾ ਸਾਰਾ ਚੱਪਾ ਚੱਪਾ ਗਾਹ ਮਾਰਿਆ ਹੈ। ਸ੍ਰੀ ਗੁਰ ਕੀਰਤ ਸਾਗਰ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਕੀਰਤੀ ਹੈ, ਸਤਿਗੁਰਾਂ ਦੀ ਜਿਹੜੀ ਵਡਿਆਈ ਹੈ, ਗੁਰੂ ਖਾਲਸਾ ਜੀ, ਉਹ ਸਮੁੰਦਰ ਵਾਂਗੂ ਹੈ। ਜਿਵੇਂ ਸਮੁੰਦਰ ਅਥਾਹ ਹੁੰਦਾ ਹੈ, ਸਮੁੰਦਰ ਦਾ ਕੋਈ ਟਿਕਾਣਾ ਥਹੁ ਨਹੀਂ ਪਾਇਆ ਜਾ ਸਕਦਾ, ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋ ਕੀਰਤੀ ਹੈ, ਉਹ ਸਮੁੰਦਰ ਵਾਂਗੂ ਹੈ। ਮਤ ਮਾਨਵ ਕੇ ਤਟ ਪੈ ਅਬ ਲਾਇਓ। ਇਹ ਕਹਿੰਦੇ ਜਿਹੜੀ ਇਹਨਾਂ ਮਨੁੱਖਾਂ ਦੀ ਸੋਚ ਹੈ, ਇਹਨਾਂ ਦੀ ਬੁੱਧੀ ਹੈ, ਇਹਨਾਂ ਦੇ ਸੋਚਣ ਸਮਝਣ ਦੀ ਸ਼ਕਤੀ ਹੈ, ਉਹ ਸਮੁੰਦਰ ਦੇ ਕਿਨਾਰੇ ਤੇ ਖੜੀ ਜਿਵੇਂ ਕੋਈ ਕਮਜ਼ੋਰ ਅਬਲਾ ਖੜੀ ਹੁੰਦੀ ਹੈ ਨਾ, ਤੇ ਉਹ ਸਮੁੰਦਰ ਦਾ ਨਾ ਥਾਉ ਟਿਕਾਣਾ ਪਾ ਸਕਦੀ ਹੈ। ਕਹਿੰਦੇ ਇਸ ਤਰ੍ਹਾਂ ਦੀ ਇਹਨਾਂ ਦੀ ਇਨਸਾਨਾਂ ਦੀ ਬੁੱਧੀ ਹੈ, ਜਿਨ੍ਹਾਂ ਦੀ ਬੁੱਧੀ ਦੇ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿੱਥੇ ਹਨ। ਕਿਉ ਤੇ ਥਾਹ ਲਖੇ ਬਿਨ ਥਾਹੇ। ਜਿਨ੍ਹਾਂ ਦੀ ਥਾਂ ਕੋਈ ਪਾ ਹੀ ਨਹੀਂ ਸਕਦਾ, ਉਹਨਾਂ ਦੀ ਥਾਂ ਕਿਵੇਂ ਪਾ ਸਕਦੇ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਦੀ ਕੋਈ ਥਾਂ ਹੈ ਹੀ ਨਹੀਂ, ਉਹਨਾਂ ਦੀ ਕੋਈ ਥਾਂ ਕਿਵੇਂ ਪਾ ਸਕਦਾ ਸੀ। ਇਸੇ ਕਰਕੇ ਕਿਹਾ ਜਾਂਦਾ ਸਤਿਗੁਰੂ ਜੀ ਤੁਸੀਂ ਅਥਾਹ ਹੋ। ਜਿਨ੍ਹਾਂ ਦੀ ਥਾਂ ਹੈ ਹੀ ਨਹੀਂ,
ਉਹਨਾਂ ਦੀ ਥਾਂ ਭਲਾ ਕਿਵੇਂ ਕੋਈ ਪਾ ਸਕਦਾ ਸੀ। ਖਰੇ ਸੁਖ ਚਾਹੇ ਨ ਕੋ ਬਿਦ ਆਇਓ। ਖਲੋਤੇ ਸੁਖ ਚ ਰਹੇ ਨੇ ਪਰ ਸਮਝ ਕੁਝ ਵੀ ਨਹੀਂ ਆ ਰਹੀ, ਪਤਾ ਕੁਝ ਵੀ ਨਹੀਂ ਲੱਗ ਰਿਹਾ। ਸਰਤਾ ਸਭ ਖੋਜ ਫਿਰੈ ਤੇ ਰੋਜ। ਉਸ ਦਿਨ ਸਾਰਾ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਚੁੱਭਾ ਲਿਆ। ਅੰਮ੍ਰਿਤ ਵੇਲੇ ਤੋਂ ਬਾਅਦ ਕੁਝ ਸਮੇਂ ਤੋਂ ਬਾਅਦ ਸਾਰਾ ਦਿਨ ਇਹ ਵੇਈ ਨਦੀ ਦੇ ਵਿੱਚ ਖੋਜਦੇ ਰਹੇ, ਲੱਭਦੇ ਰਹੇ। ਦਰਿਆ ਦੇ ਵਿੱਚ ਅਨੇਕਾਂ ਪ੍ਰਕਾਰ ਨਾਲ ਜਾਲ ਪਾਏ, ਸਾਰਾ ਦਿਨ ਲੱਭਦੇ ਰਹੇ, ਭਾਲਦੇ ਰਹੇ। ਨ ਜਾਣਤ ਕੋਜ ਕਹਾਂ ਗਤ ਕੀਨੀ। ਕਿਸੇ ਨੂੰ ਕੋਈ ਸਮਝ ਨਹੀਂ ਆਈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਗਤ ਕੀਤੀ ਹੈ। ਸਤਿਗੁਰਾਂ ਦੀ ਗਤ ਸਮਝਣ ਤੇ ਸੋਚਣ ਤੋਂ ਪਰੇ ਦੀ ਹੈ। ਬਿਸਮਾਦ ਹਿਰਦੈ ਪਛਤਾਏ ਭਏ ਪੁੰਨ। ਸਾਰੇ ਬੜੇ ਬਿਸਮਾਦ ਵਿੱਚ ਨੇ, ਮਨ ਚ ਪਛਤਾਵਾ ਵੀ ਕਰ ਰਹੇ ਨੇ। ਆਦ ਕੇ ਦਾਸ ਕੋ ਬਾਤ ਬੁਝੇਨੇ। ਜਿਹੜਾ ਨੌਕਰ ਸੀ ਨਾ ਸਤਿਗੁਰਾਂ ਦੇ ਨਾਲ ਵੇਈ ਦੇ ਕਿਨਾਰੇ ਤੱਕ ਆਇਆ, ਜਿਹਦੇ ਅੱਖਾਂ ਦੇ ਸਾਹਮਣੇ ਸਤਿਗੁਰੂ ਜੀ ਨੇ ਵੇਈ ਚ ਪ੍ਰਵੇਸ਼ ਕੀਤਾ ਸੀ, ਉਹਨੂੰ ਘੜੀ ਮੁੜੀ ਪੁੱਛਦੇ, ਉਹਨੂੰ ਕਹਿੰਦੇ ਤੂੰ ਦੱਸ ਤੇਰੇ ਸਾਹਮਣੇ ਕਿੱਥੋਂ ਵੇਈ ਚ ਉਹਨਾਂ ਨੇ ਪ੍ਰਵੇਸ਼ ਕੀਤਾ ਸੀ, ਤੂੰ ਵੇਖਿਆ ਸੀ? ਕਿਤੇ ਉਦਾਂ ਤਾਂ ਨਹੀਂ ਝੂਠ ਬੋਲਦਾ। ਉਹਨੂੰ ਬਾਰ-ਬਾਰ ਪੁੱਛਦੇ ਨੇ ਤੇ ਉਹ ਬਾਰ-ਬਾਰ ਦੱਸਦਾ ਹੈ। ਮਮ ਆਗਰ ਨੈਣਨ ਨਾਨ ਬਰੇ। ਉਹ ਦੱਸਦਾ ਹੈ, ਕਹਿਣ ਲੱਗਾ ਵੀ ਮੈਂ ਝੂਠ ਕਿਉਂ ਬੋਲਾਂ, ਮੈਂ ਉਹਨਾਂ ਦਾ ਦਾਸ ਹਾਂ, ਨੌਕਰ ਹਾਂ। ਮੈਂ ਜੋ ਅੱਖਾਂ ਨਾਲ ਵੇਖਿਆ ਉਹ ਦੱਸਦਾ। ਆਹ ਇਹ ਜਗ੍ਹਾ ਜਿੱਥੇ ਬੇਰ ਸਾਹਿਬ ਹੈ ਨਾ, ਅੱਜ ਕੱਲ ਬੇਰੀ ਉਹ ਮਹਾਰਾਜ ਜੀ ਦੇ ਚਰਨਾਂ ਨਾਲ ਸਪਰਸ਼ ਹੋ ਕੇ ਪਵਿੱਤਰ ਹੋਈ ਬੇਰੀ ਹੈ, ਉਹਦੇ ਸਾਹਮਣੇ ਬਿਲਕੁਲ ਵੇਈ ਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਸੀ। ਉਹ ਕਹਿੰਦਾ ਵੀ ਆਹ ਜਗ੍ਹਾ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਵੇਖਦਿਆਂ ਸਤਿਗੁਰੂ ਜੀ ਇੱਥੋਂ ਪ੍ਰਵੇਸ਼ ਕਰਕੇ ਗਏ ਨੇ, ਇਸ਼ਨਾਨ ਕਰਨ ਵਾਸਤੇ ਬੜੇ ਹਨ। ਨਿਕਸੇ ਨਾ ਤਟੰ ਟੁਬਕੀ ਏਕ ਲੀਨੀ। ਰੋਜ਼ ਹੀ ਜਾਂਦੇ ਸੀ, ਅੱਜ ਵੀ ਗਏ ਨੇ। ਅੱਜ ਉਹਨਾਂ ਨੇ ਇੱਕ ਚੁੱਭਾ ਮਾਰਿਆ, ਚੁੱਭਾ ਮਾਰਨ ਤੋਂ ਬਾਅਦ ਮੁੜ ਕੇ ਬਾਹਰ ਹੀ ਨਹੀਂ ਆਏ। ਇੱਕ ਟੁਬਕੀ ਮਾਰੀ ਇਸ ਜਲ ਦੇ ਵਿੱਚ, ਚੁੱਭਾ ਮਾਰਿਆ, ਚੁੱਭਾ ਮਾਰਨ ਤੋਂ ਬਾਅਦ ਉਹ ਬਾਹਰ ਨਹੀਂ ਆਏ ਵੇਈ ਚੋਂ। ਬਹੁ ਬਾਰ ਨਿਹਾਰ ਕੈ ਬਾਰ ਤਬੈ। ਮੈਂ ਆਪਣੇ ਤੌਰ ਤੇ ਪਹਿਲਾਂ ਚੰਗੀ ਤਰ੍ਹਾਂ ਵੇਖਿਆ, ਵਿੱਚ ਵੀ ਵੜਿਆ ਪਾਣੀ ਦੇ, ਚੰਗੀ ਤਰ੍ਹਾਂ ਨਿਹਾਰ ਕੇ ਵੇਖਣ ਤੋਂ ਬਾਅਦ ਬਿਨ ਬਾਰ ਨਿਬਾਬ ਕੋ ਮੈਂ ਸ਼ੁੱਧ ਦੀਨੀ। ਜਦੋਂ ਮੈਨੂੰ ਨਹੀਂ ਮਿਲੇ, ਜਦੋਂ ਮੈਨੂੰ ਨਹੀਂ ਨਜ਼ਰ ਆਏ ਤੇ ਮੈਂ ਬਿਨਾਂ ਦੇਰੀ ਤੋਂ ਨਵਾਬ ਦੌਲਤ ਖਾਂ ਕੋਲ ਜਾ ਕੇ ਖਬਰ ਦਿੱਤੀ। ਭੱਜ ਕੇ ਜਾ ਕੇ ਦੌੜ ਕੇ ਨਵਾਬ ਦੌਲਤ ਖਾਂ ਨੂੰ ਦੱਸਿਆ। ਔਰ ਪੂਰਬ ਸੂਰਤ ਦੌਲਤ ਖਾਂ। ਲਾਗੇ ਦੌਲਤ ਖਾਨ ਵੀ ਖੜਾ ਵੇਖ ਰਿਹਾ ਸੀ, ਬੜਾ ਝੂਰ ਰਿਹਾ ਮਨ 'ਚ। ਦੌਲਤ ਖਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗਟੀਆਂ ਚੱਲ ਰਹੀਆਂ ਨੇ। ਸਹਿ ਸ਼ੋਕ ਹੋਵਾ ਲੋਕਨ ਸੋ ਬਚ ਪ੍ਰਾਹੀ। ਬੜਾ ਦੁਖੀ ਜਿਹਾ ਹੋਇਆ, ਆਹਤ ਜਿਹਾ ਹੋਇਆ ਨਵਾਬ ਦੌਲਤ ਖਾਂ। ਆਪਣੇ ਨਾਲ ਖੜੇ ਲੋਕਾਂ ਨਾਲ ਗੱਲਾਂ ਕਰਦਾ ਹੈ, ਉਹਨਾਂ ਨੂੰ ਦੱਸਦਾ ਤੇ ਕਹਿੰਦਾ ਹੈ, ਬਹੁ ਨੇਕ ਵਿਵੇਕੀ ਅਨੇਕ ਗੁਨਾ ਨਰ। ਕਹਿਣ ਲੱਗਾ ਕਿ ਜੋ ਆਪਣੇ ਮੋਦੀ ਜੀ ਸਨ ਗੁਰੂ ਨਾਨਕ ਸਾਹਿਬ, ਬੜੇ ਨੇਕ ਸੀ, ਵਿਵੇਕੀ ਸੀ, ਉਹ ਗੁਣਾਂ ਦੇ ਸਮੁੰਦਰ ਸਨ, ਉਹਨਾਂ ਕੋਲ ਬੇਅੰਤੀ ਗੁਣ ਸਨ। ਔਗਨ ਏਕ ਬਿਲੋਕਨ ਨਾਹੀ। ਨਾਨਕ ਜੀ ਦੇ ਵਿੱਚ ਇੱਕ ਵੀ ਔਗਣ ਵੇਖਣ ਨੂੰ ਨਜ਼ਰ ਨਹੀਂ ਸੀ ਆਉਂਦਾ। ਅਨੇਕ ਗੁਣਾਂ ਦੇ ਮਾਲਕ ਸੀ, ਵਿਵੇਕੀ ਸਨ, ਸਿਆਣੇ ਸਨ, ਨੇਕ ਸਨ। ਇੱਕ ਵੀ ਔਗਣ ਉਹਨਾਂ ਦੇ ਵਿੱਚ ਵੇਖਣ ਨੂੰ ਨਜ਼ਰ ਨਹੀਂ ਸੀ ਆਉਂਦਾ। ਤਨ ਸੁੰਦਰ ਕੋਮਲ ਤਾ ਜਨ ਮੰਦਰ। ਔਰ ਉਹਨਾਂ ਦਾ ਸਵਰੂਪ ਬੜਾ ਸੁੰਦਰ ਸੀ, ਨੇਤਰ ਬੜੇ ਸੁੰਦਰ ਸਨ, ਕੋਮਲਤਾ ਦਾ ਮਾਨੋ ਮੰਦਰ ਸਨ। ਸੰਦਲ ਸੇ ਸਿਫਤੇ ਜੇਸੁ ਆਹੀ। ਜਿਵੇਂ ਚੰਦਨ ਦੀ ਮਹਿਕ ਫੈਲਦੀ ਹੈ, ਏਦਾਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ, ਉਹਨਾਂ ਦਾ ਜਸ, ਉਹਨਾਂ ਦੀ ਕੀਰਤੀ ਸਾਰੇ ਪਾਸੇ ਫੈਲ ਰਹੀ ਸੀ। ਨੈ ਹਾਥ ਲਗੈ ਮੁਝ ਯਾ ਸਮ ਮੋਦੀ। ਮੋਦੀ ਤਾਂ ਹੋਰ ਵੀ ਮਿਲ ਜਾਣਗੇ, ਪਰ ਨਾਨਕ ਮੋਦੀ ਵਰਗਾ ਮੈਨੂੰ ਕਿਤੇ ਦੂਜਾ ਮੋਦੀ ਨਹੀਂ ਲੱਭਣਾ।
ਨਵਾਬ ਦੌਲਤ ਖਾਂ ਕਹਿ ਰਿਹਾ। ਇਹੋ ਜਿਹਾ ਮੋਦੀ ਕਹਿੰਦੇ ਮੈਨੂੰ ਕਿਤੋਂ ਦੂਜਾ ਨਹੀਂ ਮਿਲਣਾ, ਨਹੀਂ ਲੱਭਣਾ। ਓਕਾਰ ਭਲੇ ਬਿਦ ਕੀਨ ਨਿਭਾਹੇ। ਜਿਨ੍ਹਾਂ ਨੇ ਮੋਦੀ ਖਾਨੇ ਦੀ ਕਿਰਤ ਬੜੇ ਸੋਹਣੇ ਢੰਗ ਨਾਲ ਚਲਾਈ ਹੈ, ਇਤਨੇ ਕਮਾਲ ਦੀ ਚਲਾਈ ਹੈ ਕਿ ਸੈਂਕੜੇ ਲੋਕ ਇੱਥੋਂ ਵਰਸਾਏ ਜਾਂਦੇ ਰਹੇ ਨੇ। ਦੁਖ ਦਾਰਨ ਮੈਂ ਅਤੇ ਆਰਤ ਚਿਤ। ਏਦਾਂ ਨਵਾਬ ਦੌਲਤ ਖਾਂ ਇਹ ਗੱਲਾਂ ਕਰਦਾ ਹੈ ਤੇ ਮਨ 'ਚ ਦੁਖੀ ਹੁੰਦਾ ਹੈ, ਬੜੀ ਵਿਆਕੁਲਤਾ ਨਾਲ, ਬੜੀ ਬੇਬਲਤਾਈ ਦੇ ਨਾਲ ਏਦਾਂ ਗੱਲਾਂ ਕਰਦਾ ਤੇ ਸੋਚਦਾ, ਦੁਖੀ ਹੁੰਦਾ ਹੈ। ਜੈ ਰਾਮ ਮਨੋ ਬਿਤ ਸੂਮ ਗੁਬਾਏ। ਇਧਰ ਭਾਈਏ ਜੈ ਰਾਮ ਦੇ ਅੰਦਰ ਵੜ ਨਹੀਂ ਵੇਖਦਾ ਕੋਈ। ਜਿੰਨਾ ਦੁੱਖ ਭਾਈਏ ਜੈ ਰਾਮ ਨੂੰ ਹੈ, ਕਹਿੰਦੇ ਕਿਵੇਂ ਵਰਣਨ ਕਰੀਏ। ਕਹਿੰਦੇ ਮਾਨੋ ਜਿਵੇਂ ਕੋਈ ਰੱਜ ਕੇ ਸ਼ੂਮ ਬੰਦਾ, ਕੰਜੂਸ ਬੰਦਾ ਹੋਵੇ, ਉਸ ਕੰਜੂਸ ਬੰਦੇ ਨੇ ਸਾਰੀ ਜ਼ਿੰਦਗੀ ਕੰਜੂਸੀ ਕਰਕੇ ਪੈਸਾ ਇਕੱਠਾ ਕੀਤਾ ਹੋਵੇ, ਅਚਾਨਕ ਉਹਦਾ ਸਾਰੇ ਦਾ ਸਾਰਾ ਪੈਸਾ ਚੋਰੀ ਹੋ ਜਾਏ ਜਾਂ ਖੋਇਆ ਜਾਏ ਤੇ ਜਿੰਨਾ ਦੁੱਖ ਉਹਨੂੰ ਹੁੰਦਾ ਨਾ, ਕਹਿੰਦੇ ਉਹਦੇ ਨਾਲੋਂ ਵੀ ਕਈ ਗੁਣਾ ਵੱਧ ਦੁੱਖ ਭਾਈਏ ਜੈ ਰਾਮ ਦੇ ਹਿਰਦੇ ਨੂੰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦਿਸਣ ਕਰਕੇ ਧਰ ਮੂਰਤ ਜਿਉ ਕਰੁਣਾ ਰਸ ਚੂਰਤ। ਕਹਿੰਦੇ ਮਾਨੋ ਭਾਈਏ ਜੈ ਰਾਮ ਦੇ ਰੂਪ ਦੇ ਵਿੱਚ ਕਰੁਣਾ ਰਸ ਨੇ ਮੂਰਤ ਧਾਰਨ ਕੀਤੀ ਹੈ। ਮਾਨੋ ਜਿਵੇਂ ਕਰੁਣਾ ਰਾਸੀ ਮੂਰਤ ਬਣਾ ਕੇ ਆ ਗਿਆ, ਮਨ ਹੀ ਮਨ ਭਾਈਆ ਜੈ ਰਾਮ ਜੀ ਝੂਰ ਰਹੇ ਹਨ। ਅੰਬ ਕੋ ਅੰਬਜ ਮੈਂ ਅੰਬ ਛਾਏ। ਕਮਲ ਵਰਗੇ ਸੋਹਣਿਆਂ ਨੇਤਰਾਂ ਵਿੱਚ ਭਾਈਏ ਜੈ ਰਾਮ ਦੇ ਪਾਣੀ ਛਾਇਆ ਹੋਇਆ, ਨੇਤਰ ਜਲ ਨਾਲ ਭਰੇ ਹੋਏ ਹਨ। ਧੁਨ ਸੀਸ ਕਹੇ ਜਗਦੀਸ਼ਰ ਕਿਆ ਬਿਦ। ਸੀਸ ਲਾਉਂਦੇ ਐ, ਸੀਸ ਧੁੰਨ ਕੇ ਕਹਿੰਦੇ ਹੇ ਜਗਤ ਦੇ ਈਸ਼ਵਰ ਵਾਹਿਗੁਰੂ, ਇਹ ਤੂੰ ਕੀ ਕੀਤਾ ਹੈ, ਇਹ ਕੀ ਭਾਣਾ ਤੁਸਾਂ ਨੇ ਵਰਤਾਇਆ, ਏਦਾਂ ਬੋਲਦੇ ਹਨ। ਮੋਹੇ ਨਾ ਦੇਸਤ ਕੋਈ ਉਪਾਏ। ਇਹ ਅਕਾਲ ਪੁਰਖ ਹੇ ਜਗਤ ਦੇ ਈਸ਼ਵਰ, ਮੈਨੂੰ ਕੋਈ ਦੂਜਾ ਉਪਾਅ ਨਜ਼ਰ ਨਹੀਂ ਪਿਆ ਆਉਂਦਾ। ਹੁਣ ਭਲਾ ਮੈਂ ਕੀ ਕਰਾਂ, ਮੈਨੂੰ ਕੋਈ ਦੂਜਾ ਉਪਾਅ ਨਹੀਂ ਪਿਆ ਸੁਝਦਾ। ਜਲ ਈਖਦ ਜਿਸਟ ਬਾਸੁਰ ਮਾਹੇ। ਕਹਿੰਦੇ ਜਿਵੇਂ ਜੇਠ ਦੇ ਮਹੀਨੇ ਵਿੱਚ ਤਲਾਬਾਂ 'ਚ ਪਾਣੀ ਥੋੜਾ ਹੁੰਦਾ ਹੈ ਨਾ, ਜਿਵੇਂ ਜਲ ਈਖਦ, ਜਲ ਈਖਦ ਦਾ ਮਤਲਬ ਹੁੰਦਾ ਘੱਟ ਪਾਣੀ। ਜੇਠ ਬਾਸੁਰ ਮਾਹੇ, ਜੇਠ ਦੇ ਮਹੀਨੇ ਦੇ ਵਿੱਚ ਜਿਵੇਂ ਤਲਾਬਾਂ ਵਿੱਚ ਪਾਣੀ ਘਟ ਜਾਂਦਾ, ਸੁੱਕ ਜਾਂਦਾ ਹੈ। ਬਿਸਾਰਣ ਕੇ ਬਿਦ ਜਿਉ ਦੁਖ ਪਾਏ। ਉਹਦੇ ਵਿੱਚ ਜੇਠ ਦੇ ਮਹੀਨੇ ਵਿੱਚ ਥੋੜੇ ਪਾਣੀ ਵਿੱਚ ਜਿਵੇਂ ਮੱਛੀ ਤੜਫਦੀ ਹੈ ਨਾ, ਕਹਿੰਦੇ ਇਉਂ ਤੜਫਦੇ ਆ ਭਾਈਆ ਜੈ ਰਾਮ ਜੀ, ਤੇ ਉਹਨਾਂ ਦਾ ਮਨ ਇਉਂ ਦੁਖੀ ਹੋ ਰਿਹਾ ਹੈ ਕਿ ਸਤਿਗੁਰੂ ਜੀ ਇਹ ਕੀ ਭਾਣਾ ਵਰਤਾ ਗਏ ਨੇ, ਕਮਲ ਨੈਣ ਗੁਰੂ ਨਾਨਕ ਸਾਹਿਬ ਇਹ ਕੀ ਖੇਡ ਵਰਤਾ ਗਏ ਨੇ। ਏਦਾਂ ਉਹਨਾਂ ਦਾ ਮਨ ਦੁਖੀ ਹੋ ਰਿਹਾ ਹੈ। ਕੋਕੇ ਨ ਕੋਕ ਕਿਲਾ ਲਾਜ ਪੁੰਜ। ਕਹਿੰਦੇ ਜਿਵੇਂ ਸੂਰਜ ਤੋਂ ਚੜ੍ਹੇ ਬਿਨਾ, ਸੂਰਜ ਤੋਂ ਬਿਨਾ ਜਿਹੜੇ ਚੱਕਵੇ ਨੇ, ਕਹਿੰਦੇ ਉਹ ਜਿਵੇਂ ਦੁਖੀ ਹੁੰਦੇ ਆ। ਕਿਲਾ ਲਾਜ ਕਹਿੰਦੇ ਆ ਕਮਲ ਦੇ ਫੁੱਲਾਂ ਨੂੰ, ਜਿਵੇਂ ਕਮਲ ਦਾ ਫੁੱਲ ਸੂਰਜ ਤੋਂ ਬਿਨਾ ਮੁਰਝਾ ਜਾਂਦਾ ਹੈ। ਦਿਵਾਕਰ ਕੇ ਬਿਨ ਜਿਉ ਅਕੁਲਾਏ। ਕਹਿੰਦੇ ਸੂਰਜ ਤੋਂ ਬਿਨਾ ਜਿਵੇਂ ਚੱਕਵੇ, ਚੱਕਵੀਆਂ ਤੇ ਕਮਲ ਦੇ ਫੁੱਲ ਮੁਰਝਾ ਜਾਂਦੇ ਨੇ, ਦੁਖੀ ਹੁੰਦੇ ਆ। ਕਹਿੰਦੇ ਇਉਂ ਭਾਈਏ ਜੈ ਰਾਮ ਦਾ ਮਨ ਦੁਖੀ ਹੋ ਰਿਹਾ। ਮਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹ ਭਾਈਏ ਜੈ ਰਾਮ ਦੇ ਅੰਦਰ ਜਿਹੜਾ ਦੁੱਖ ਹੈ ਉਹ ਕਿਸ ਤਰ੍ਹਾਂ ਦਾ ਹੈ, ਉਹਦੇ ਲਈ ਥੋੜੇ ਥੋੜੇ ਪੈਮਾਨੇ ਦੱਸ ਰਹੇ ਨੇ ਵੀ ਏਦਾਂ ਦੁੱਖ ਹੈ, ਏਦਾਂ ਦੁੱਖ ਹੈ। ਜਿਵੇਂ ਚੱਕਵਾ ਚੱਕਵੀ ਸੂਰਜ ਬਿਨਾ ਦੁਖੀ ਹੁੰਦੇ ਹੈ, ਜਿਵੇਂ ਕਮਲ ਦਾ ਫੁੱਲ ਸੂਰਜ ਬਿਨਾ ਮੁਰਝਾ ਜਾਂਦਾ ਹੈ, ਜਿਵੇਂ ਜੇਠ ਦੇ ਮਹੀਨੇ ਵਿੱਚ ਤਲਾਬਾਂ ਵਿੱਚ ਪਈਆਂ ਮੱਛੀਆਂ ਤੜਫਦੀਆਂ ਤੇ ਦੁਖੀ ਹੁੰਦੀਆਂ ਨੇ। ਕਹਿੰਦੇ ਇਉਂ ਭਾਈਏ ਜੈ ਰਾਮ ਦਾ ਮਨ ਦੁਖੀ ਹੋ ਰਿਹਾ ਹੈ। ਕਾਨਨ ਕਰਵ ਕੋਕ ਕਦੰਬ। ਫਿਰ ਹੁਣ ਚੰਦਰਮਾ ਨੂੰ ਵੇਖੇ ਬਿਨਾ ਜਿਵੇਂ ਜੰਗਲਾਂ ਦੇ ਵਿੱਚ
ਇੱਕ ਫੁੱਲ ਹੁੰਦਾ ਕਮੁੱਦ ਦਾ, ਕਹਿੰਦੇ ਜਿਵੇਂ ਉਹ ਕਮੁੱਦ ਦਾ ਫੁੱਲ ਕਵੀਆਂ ਦੇ ਫੁੱਲ ਮੁਰਝਾ ਜਾਂਦੇ ਹਨ, ਕਲਾ ਨੇ ਦਹੀਨ ਕਹਾਂ ਬਿਹਸਾਏ। ਔਰ ਚਕੋਰਾਂ ਚੰਦਰਮਾ ਨੂੰ ਵੇਖੇ ਬਿਨਾ ਜਿਵੇਂ ਬਹੁਤ ਜ਼ਿਆਦਾ ਦੁਖੀ ਹੁੰਦੀਆਂ, ਤਿਵੇਂ ਭਾਈਏ ਜੈ ਰਾਮ ਦਾ ਮਨ ਦੁਖੀ ਹੋ ਰਿਹਾ ਹੈ। ਤੋਕ ਕੇਕ ਜਪੇਕ ਅਨੇਕ। ਇਸੇ ਤਰ੍ਹਾਂ ਕਹਿੰਦੇ ਜਿਵੇਂ ਤੋਕ ਕੇਕ ਜਪੇਕ ਅਨੇਕ। ਕਹਿੰਦੇ ਅਨੇਕ ਪ੍ਰਕਾਰ ਦੇ ਕਹਿੰਦੇ ਜਿਹੜੇ ਚਕਵੇ ਨੇ ਜਾਂ ਚਕੋਰਾਂ ਨੇ, ਉਹ ਜਿਵੇਂ ਚੰਦਰਮਾ ਨੂੰ ਵੇਖੇ ਬਿਨਾ ਉਹ ਦੁਖੀ ਹੁੰਦੇ ਹਨ। ਬਲਾਹਕ ਕੇ ਬਿਨ ਨਾ ਹਰਿ ਖਾਏ। ਜਿਵੇਂ ਉਹਨਾਂ ਤੋਂ ਬਿਨਾ, ਬੱਦਲਾਂ ਤੋਂ ਬਿਨਾ ਜਿਵੇਂ ਮੋਰ ਦੁਖੀ ਹੁੰਦੇ ਐ। ਮੋਰ ਖੁਸ਼ ਨਹੀਂ ਹੁੰਦਾ ਜਦੋਂ ਤੱਕ ਆਕਾਸ਼ ਦੇ ਵਿੱਚ ਬੱਦਲ ਨਾ ਵੇਖੇ। ਡੱਡੂ ਖੁਸ਼ ਨਹੀਂ ਹੁੰਦੇ ਜਦੋਂ ਤੱਕ ਭੇਕ ਨਾਮ ਹੁੰਦਾ ਡੱਡੂਆਂ ਦਾ। ਡੱਡੂ ਖੁਸ਼ ਨਹੀਂ ਹੁੰਦੇ ਜਿਵੇਂ ਆਕਾਸ਼ ਵਿੱਚ ਜੇ ਬੱਦਲ ਨਾ ਹੋਣ। ਬੱਦਲਾਂ ਬਿਨਾ ਜਿਵੇਂ ਡੱਡੂ ਤੇ ਮੋਰ ਦੁਖੀ ਹੁੰਦੇ ਐ, ਇਉਂ ਭਾਈਏ ਜੈ ਰਾਮ ਦਾ ਮਨ ਦੁਖੀ ਹੋ ਰਿਹਾ ਹੈ। ਸ਼੍ਰੀ ਗੁਰ ਕੇ ਗਤ ਐਸ ਬੇਲੋਕ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਐਸੀ ਗਤ ਵੇਖ ਕੇ ਕਹੋਤ ਜੇ ਪ੍ਰੀਤਮ ਤਿਉ ਦੁਖ ਪਾਏ। ਕਹਿੰਦੇ ਜਿੰਨੇ ਸਤਿਗੁਰਾਂ ਦੇ ਪ੍ਰੀਤਮ ਸੀ, ਪਿਆਰੇ ਸਨ, ਉਹ ਸਾਰੇ ਇਉਂ ਦੁਖੀ ਹੋ ਰਹੇ ਨੇ ਜਿਵੇਂ ਉੱਪਰ ਦਸੀਆਂ ਉਦਾਹਰਣਾਂ ਦੇ ਵਿੱਚ ਇਹ ਸਾਰੇ ਜੀਵ ਦੁਖੀ ਹੁੰਦੇ ਆ। ਏਦਾਂ ਸਤਿਗੁਰਾਂ ਦੀ ਇਹ ਗਤ ਵੇਖ ਕੇ ਕਿ ਗੁਰਦੇਵ ਨੂੰ ਅਲੋਪ ਹੋਇਆ ਵੇਖ ਕੇ ਸਤਿਗੁਰੂ ਜੀ ਦੇ ਜਿਤਨੇ ਪ੍ਰੀਤਮ ਨੇ, ਸਨੇਹੀ ਨੇ, ਉਹ ਦੁਖੀ ਹੋ ਰਹੇ ਹਨ। ਨਾਨਕ ਏਕ ਰਹੀ ਔਰ ਮੈਂ ਥਿਰ। ਸਭ ਵਿਆਕੁਲ ਨੇ, ਸਭ ਦੁਖੀ ਨੇ, ਸਭ ਦੇ ਹਿਰਦੇ ਡਾਵਾਂ ਡੋਲ ਨੇ, ਸਵਾਏ ਇੱਕ ਦੇ, ਔਰ ਉਹ ਨੇ ਧੰਨ ਬੇਬੇ ਨਾਨਕੀ ਜੀ। ਉਹਨਾਂ ਦਾ ਮਨ ਨਹੀਂ ਡੋਲਿਆ। ਸਭ ਦੇ ਮਨ ਡੋਲੇ ਹੋਏ ਨੇ, ਸਭ ਦੇ ਮਨ ਦੁਖੀ ਨੇ, ਸਭ ਦੇ ਮਨ ਆਹਤ ਨੇ, ਪਰ ਬੇਬੇ ਨਾਨਕੀ ਦਾ ਮਨ ਅਡੋਲ ਹੈ। ਔਰਨ ਕੇ ਸਰ ਨਾ ਪਰਮਾਏ। ਸਤਿਗੁਰਾਂ ਦੀ ਇਹ ਗਤ ਵੇਖ ਕੇ ਸਭ ਭਰਮ ਗਏ ਨੇ ਸਮੇਤ ਭਾਈਏ ਜੈ ਰਾਮ ਦੇ, ਪਰ ਬੇਬੇ ਨਾਨਕੀ ਦਾ ਮਨ ਨਹੀਂ ਭਰਮਿਆ। ਬੇਬੇ ਨਾਨਕੀ ਦੇ ਮਨ 'ਚ ਕੋਈ ਸ਼ੰਕਾ, ਕੋਈ ਭਰਮ ਨਹੀਂ ਆਇਆ। ਸੋਦਰ ਈਸ਼ਵਰ ਕੋ ਅਵਤਾਰ। ਬੇਬੇ ਨਾਨਕੀ ਜੀ ਕਹਿੰਦੇ ਮੇਰਾ ਵੀਰ ਈਸ਼ਵਰ ਦਾ ਅਵਤਾਰ ਹੈ, ਅਕਾਲ ਪੁਰਖ ਦਾ ਅਵਤਾਰ ਹੈ। ਕਰੈ ਨਰ ਖੇਲ ਅਪੇਲ ਸਦਾਏ। ਉਹ ਮਾਨਵੀ ਖੇਲ ਕਰ ਰਹੇ ਨੇ, ਪਰ ਮਾਨਵੀ ਖੇਲ ਦਾ ਠਾਠ ਰਚਦਿਆਂ ਹੋਇਆਂ ਵੀ ਸदैवी ਤੌਰ ਤੇ ਅਟਲ ਹਨ। ਕੰਤ ਕੇ ਸੰਗ ਗਿਰਾ ਉਚਰੇ। ਆਪਣੇ ਪਤੀ ਨੂੰ ਦੁਖੀ ਹੋਇਆਂ ਵੇਖ ਕੇ ਬੇਬੇ ਨਾਨਕੀ ਜੀ ਬੋਲੇ, ਔਰ ਧੀਰ ਤਰੋ ਤਜ ਆਤੁਰ ਤਾਏ। ਕਹਿਣ ਲੱਗੇ ਪਤੀ ਦੇਵ ਜੀ ਹੌਸਲਾ ਕਰੋ, ਧੀਰਜ ਧਾਰਨ ਕਰੋ, ਆਪਣੇ ਹਿਰਦੇ ਦੀ ਇਹ ਜਿਹੜੀ ਆਤੁਰਤਾਈ ਹੈ, ਵਿਆਕੁਲਤਾਈ ਹੈ, ਇਹਨੂੰ ਤਿਆਗ ਦਿਓ। ਬਾਸੁਰ ਨਾਹੇ ਜਥਾ ਗ੍ਰਸ ਰਾਹੂ। ਕਹਿੰਦੇ ਜਿਵੇਂ ਰਾਹੂ ਜਿਹੜਾ ਹੈ, ਜਿਸ ਤਰ੍ਹਾਂ ਰਾਹੂ ਸੂਰਜ ਨੂੰ ਨਹੀਂ ਗਰਸ ਸਕਦਾ, ਤਥਾ ਬਿਦ ਆਹੇ ਹੁਐ ਬਿਤ ਤਾਏ। ਜੇ ਰਾਹੂ ਆ ਵੀ ਜਾਏ ਤੇ ਉਹਨੂੰ ਪਾਸੇ ਹੋਣਾ ਪੈਂਦਾ, ਪ੍ਰਗਟ ਹੋ ਜਾਂਦਾ ਸੂਰਜ। ਕਹਿੰਦੇ ਇਸੇ ਤਰ੍ਹਾਂ ਜੇ ਮੇਰਾ ਵੀਰ ਕੁਝ ਸਮੇਂ ਲਈ ਅਲੋਪ ਹੋਇਆ ਤੇ ਇਹ ਨਾ ਜਾਣੋ ਉਹਨੇ ਆਉਣਾ ਨਹੀਂ, ਉਹ ਕੁਝ ਸਮੇਂ ਬਾਅਦ ਜ਼ਰੂਰ ਪ੍ਰਗਟ ਹੋ ਕੇ ਦਰਸ਼ਨ ਦੇਣਗੇ। ਨਾਲੇ ਤੁਸੀਂ ਕਹਿੰਦੇ ਹੋ ਰੁੜ ਗਏ ਨੇ, ਡੁੱਬ ਗਏ ਨੇ, ਨਾ ਜੀ ਨਾ, ਉਹ ਤਾਂ ਦੁਨੀਆ ਨੂੰ ਤਾਰਨ ਆਏ ਤਾਰਨਹਾਰ ਨੇ। ਇਹ ਤਾਂ ਉਹਨਾਂ ਦੀ ਆਪਣੀ ਮਾਨਵੀ ਲੀਲਾ ਦਾ ਰਚਿਆ ਠਾਠ ਹੈ। ਸੁਨ ਕਾਨ ਜੈ ਰਾਮ ਪਨੇ ਬਚਨਾ। ਬੇਬੇ ਨਾਨਕੀ ਦੇ ਬੋਲ ਸੁਣ ਕੇ ਭਾਈਆ ਜੈ ਰਾਮ ਜੀ ਬੋਲੇ ਹਨ, ਜਲ ਜਾਨ ਬਿਲੋਚਨ ਤੇ ਜਲ ਜਾਤਾ। ਔਰ ਭਾਈਏ ਜੈ ਰਾਮ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਹਿੰਦਾ ਜਾ ਰਿਹਾ ਹੈ। ਨਾਲੇ ਦੁਖੀ ਨੇ, ਬੇਬੇ ਨਾਨਕੀ ਦੇ ਬੋਲ ਸੁਣਦੇ ਆ ਤੇ ਨੇਤਰਾਂ ਚੋਂ ਜਲ ਵਹਾਉਂਦਿਆਂ ਬੋਲਦੇ ਹਨ, ਬਹੁ ਜਾਰ ਪਸਾਰ ਕੈ ਬਾਰ ਨਿਹਾਰਨ। ਕਹਿੰਦੇ ਨਾਨਕੀ
ਤੇਰਾ ਮਨ ਨਹੀਂ ਪਿਆ ਮੰਨਦਾ, ਪਰ ਮੈਂ ਉੱਥੇ ਵੇਖ ਕੇ ਆਇਆ। ਕਈ ਵਾਰ ਜਾਲ ਪਾ ਕੇ ਵੇਈ ਨਦੀ ਦੇ ਵਿੱਚ ਅਸੀਂ ਵੇਖਿਆ ਹੈ। ਕੇਵਟ ਵਿੱਚ ਬਰੇ ਮਿਲ ਬਾਤਾ, ਮਲਾ ਵਿੱਚ ਵੜੇ ਰਹੇ ਨੇ, ਉਹਨਾਂ ਨੇ ਬਹੁਤ ਚੁੱਭੀਆਂ ਮਾਰੀਆਂ ਨੇ ਵਿੱਚ, ਕੱਲੀ ਕੱਲੀ ਥਾਂ ਨੂੰ ਘੋਕ ਕੇ ਅੰਦਰੋਂ ਵੇਖਿਆ। ਚੱਖ ਕੱਛਪ ਬ੍ਰਿੰਦ ਫਸੇ ਨਿਕਸੇ, ਜਾਲ ਪਾਣ ਵੇਲੇ ਵਿੱਚੋਂ ਮੱਛ ਜ਼ਰੂਰ ਨਿਕਲੇ ਨੇ, ਕੱਛੂ ਕੁੰਮੇ ਡੱਡੂ ਬਹੁਤ ਨਿਕਲੇ ਨੇ ਜਾਲ ਦੇ ਵਿੱਚੋਂ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਹੀਂ ਕਿਤੇ ਮਿਲੇ। ਜਾਲ ਪਾਉਂਦਿਆਂ ਹੋਰ ਜਿਹੜੇ ਜਲ ਜੰਤੂ ਹੁੰਦੇ ਐ ਉਹ ਬਹੁਤ ਮਿਲੇ ਹਨ। ਸਭ ਖੋਜ ਥਕੇ ਨਹਿ ਪਾਵਤ ਗਿਆਤਾ, ਸਾਰੇ ਖੋਜ ਕੇ ਹਾਰ ਗਏ ਨੇ, ਥੱਕ ਗਏ ਨੇ। ਵੇਈ ਦੇ ਉਰਲੇ ਪਾਸੇ ਪਾਰਲੇ ਪਾਸੇ ਸੱਜੇ ਖੱਬੇ ਅੱਗੇ ਪਿੱਛੇ ਜਾ ਕੇ ਵੀ, ਜਿੱਧਰ ਵੇਈ ਦੇ ਪਾਣੀ ਦਾ ਵਹਿਣ ਵਹਿੰਦਾ ਉਸ ਪਾਸੇ ਵੀ ਜਾ ਕੇ ਜਾਲ ਪਾ ਪਾ ਕੇ ਵੇਖ ਕੇ ਹਾਰ ਗਏ ਨੇ, ਪਰ ਕਿਤੋਂ ਵੀ ਸਤਿਗੁਰਾਂ ਦੀ ਗਿਆਤ ਨਹੀਂ ਮਿਲੀ। ਨਿਰਪਤਾਦ ਨਿਰਾਸ ਫਿਰੈ ਪਛੁਤਾਏ, ਖੁਦ ਨਵਾਬ ਦੌਲਤ ਖਾਂ ਬੜਾ ਨਿਰਾਸ਼ ਹੋ ਕੇ ਤੇ ਪਛਤਾਉਂਦਾ ਫਿਰਦਾ ਸੀ। ਉਪਾਏ ਕੀਏ ਬਹੁ ਸੋ ਨਾ ਗਿਆਤਾ, ਕਹਿੰਦੇ ਉਹਨੇ ਵੀ ਬੜੇ ਪ੍ਰਕਾਰ ਦੇ ਉਪਾਅ ਕੀਤੇ ਨੇ, ਯਤਨ ਕੀਤੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਿਤੇ ਵੀ ਨਹੀਂ ਲੱਭੇ। ਰੋਦਨ ਕੀਨ ਸੁਲਖਨ ਤਾਛਨ, ਇਧਰ ਮਾਤਾ ਸੁਲੱਖਣੀ ਜੀ ਵੀ ਰੁਦਨ ਕਰ ਰਹੇ ਨੇ। ਮਾਤਾ ਸੁਲੱਖਣੀ ਜੀ ਜਿਨ੍ਹਾਂ ਦੇ ਕੰਤਪਤੀ ਪ੍ਰਮਾਤਮਾ ਇੱਕਦਮ ਅਲੋਪ ਹੋ ਗਏ ਨੇ, ਮਾਤਾ ਸੁਲੱਖਣੀ ਦੇ ਨੇਤਰ ਵੀ ਸਜਲ ਨੇ, ਭਰੇ ਹੋਏ ਨੇ। ਦੀਨ ਗਇਓ ਕਰ ਮੈਂ ਪਰਤਾਰਾ, ਮਾਤਾ ਸੁਲੱਖਣੀ ਜੀ ਕਹਿੰਦੇ, ਹੇ ਮੇਰੇ ਪਤੀ ਦੇਵ, ਮੇਰੇ ਸਿਰ ਦੇ ਸਾਈਂ ਜੀ, ਤੁਸੀਂ ਮੈਨੂੰ ਪਤਾਰ ਵਿਹੂਣੀ ਕਰਕੇ ਅਚਾਨਕ ਕਿੱਥੇ ਚਲੇ ਗਏ। ਪੰਕਤ ਤੇ ਵਿਛਰੇ ਨਿਜ ਜਿਉ, ਕਹਿੰਦੇ ਮਾਤਾ ਸੁਲੱਖਣੀ ਜੀ ਇਸ ਤਰ੍ਹਾਂ ਦੁਖੀ ਹੋ ਰਹੇ ਨੇ ਜਿਵੇਂ ਕੋਈ ਕੂੰਜ ਆਪਣੀ ਡਾਰ ਤੋਂ ਵਿਛੜ ਕੇ ਦੁਖੀ ਹੁੰਦੀ ਹੈ। ਕੁਰਲਾਵਤ ਕੂੰਜ ਪਇਓ ਦੁਖ ਭਾਰਾ, ਜਿਵੇਂ ਕੋਈ ਕੂੰਜ ਆਪਣੀ ਡਾਰ ਤੋਂ ਵਿਛੜੀ ਦੁਖੀ ਹੁੰਦੀ ਹੈ, ਇਉਂ ਮਾਤਾ ਸੁਲੱਖਣੀ ਦਾ ਹਿਰਦਾ ਦੁਖੀ ਤੇ ਆਹਤ ਹੋ ਰਿਹਾ ਹੈ। ਕੇਸ ਉਖਾਰਤ ਤਾੜਤ ਹੈ ਔਰ, ਮਾਤਾ ਸੁਲੱਖਣੀ ਜੀ ਬਹੁਤ ਜ਼ਿਆਦਾ ਬੇਬਲ ਤੇ ਵਿਆਕੁਲ ਹੋ ਰਹੇ ਨੇ। ਭੁੱਖਨ ਡਾਰਤ ਹਾਰੇ ਉਤਾਰਾ, ਔਰ ਮਾਤਾ ਸੁਲੱਖਣੀ ਜੀ ਬੇਬਲਤਾਈ ਦੇ ਨਾਲ ਕਦੇ ਆਪਣੇ ਲਾਲ ਵੱਲ ਤੱਕਦੇ ਐ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁਕਾਰ ਕਰਦੇ ਹਨ। ਲੋਚਨ ਤੇ ਜਲ ਧਾਰ ਛੁਟੇ, ਮਾਤਾ ਸੁਲੱਖਣੀ ਦੇ ਨੇਤਰਾਂ ਵਿੱਚੋਂ ਨੀਰ ਵਹਿ ਰਿਹਾ ਹੈ, ਨੇਤਰਾਂ ਵਿੱਚੋਂ ਜਲ ਦੀ ਫੁਹਾਰ ਵਹਿ ਰਹੀ ਹੈ। ਸਭ ਚੀਰ ਭਿਗੇ ਤਨ ਕੀ ਨਾ ਸੰਭਾਰਾ, ਨੇਤਰਾਂ ਦੇ ਜਲ ਨਾਲ ਇੱਕ ਵਾਰ ਮਾਤਾ ਸੁਲੱਖਣੀ ਦੇ ਤਨ ਤੇ ਪਾਏ ਕੱਪੜੇ ਵਸਤਰ ਭਿੱਜ ਗਏ ਨੇ, ਸਰੀਰ ਦੀ ਕੋਈ ਸੋਝੀ ਨਹੀਂ, ਸੰਭਾਲ ਨਹੀਂ। ਹੇ ਪਤ ਤੋ ਬਿਨ ਭਨ ਪਾਸੂਨ, ਭੌਨ ਪਾਸੂਨ। ਮਹਾਰਾਜ ਜੀ, ਹੇ ਮੇਰੇ ਪਤੀ ਦੇਵ ਜੀ, ਤੁਹਾਡੇ ਬਿਨਾ ਇਹ ਘਰ ਮੈਨੂੰ ਸੁੰਨਾ ਖਾਣ ਨੂੰ ਪ੍ਰਤੀਤ ਹੁੰਦਾ ਹੈ। ਹੇ ਮੇਰੇ ਸਾਹਿਬ ਜੀ, ਨਾਥ ਜੀ, ਤੁਹਾਡੇ ਬਿਨਾ ਇਹ ਘਰ ਸੁੰਨਾ ਵੇਖਣ ਨੂੰ ਪ੍ਰਤੀਤ ਹੋ ਰਿਹਾ ਹੈ। ਸੁਦਾਨ ਕੋ ਥਾਨ ਉਦਾਸ ਲੱਗੇ ਹੈ, ਹੇ ਮੇਰੇ ਸਾਹਿਬ ਜੀ, ਜਿਸ ਥਾਂ ਤੇ ਬਹਿ ਕੇ ਤੁਸੀਂ ਦਾਨ ਕਰਦੇ ਸੀ ਉਹ ਥਾਂ ਸੁੰਨਾ ਪ੍ਰਤੀਤ ਹੋ ਰਿਹਾ, ਉਹ ਜਗ੍ਹਾ ਮੈਨੂੰ ਨਹੀਂ ਪਈ ਭਾਉਂਦੀ ਜਿੱਥੇ ਬਹਿ ਕੇ ਤੁਸੀਂ ਦਾਨ ਦੇ ਕੇ ਜੀਵਾਂ ਨੂੰ ਨਿਵਾਜਦੇ ਸੀ। ਕੌਣ ਸੁਦੇ ਇਨ ਕੋ ਤ੍ਰਿਪਤਾਵ ਹੈ, ਮਹਾਰਾਜ ਜੀ ਆ ਵੇਖੋ ਜਾਚਕ ਆਏ ਖੜੇ ਨੇ ਦਰਵਾਜ਼ੇ ਤੇ, ਇਹਨਾਂ ਨੂੰ ਕੌਣ ਦਾਨ ਦੇ ਕੇ ਰਜਾਵੇ। ਸਾਹਿਬ ਜੀ, ਤੁਹਾਡੇ ਬਿਨਾਂ ਦਿੱਤੇ ਦਾਨ ਤੋਂ ਇਹਨਾਂ ਨੇ ਨਹੀਂ ਜੇ ਰੱਜਣਾ, ਤੁਸੀਂ ਦਿਓਗੇ ਤੇ ਰੱਜ ਜਾਣਗੇ, ਤ੍ਰਿਪਤ ਹੋ ਜਾਣਗੇ। ਤੁਹਾਡੇ ਬਿਨਾ ਕੌਣ ਇਹਨਾਂ ਨੂੰ ਦਾਨ ਦੇ ਕੇ ਨਵਾਜੇ। ਆਨ ਭਿਖਾਰੀ ਕੋ ਬ੍ਰਿੰਦ ਮੰਗੇ ਹੈ, ਮਹਾਰਾਜ ਜੀ ਆ ਵੇਖੋ ਕਿਤਨੇ ਜਾਚਕ ਭਿਖਾਰੀ ਮੰਗਤੇ ਆ ਕੇ ਮੰਗ ਰਹੇ ਹਨ। ਜੀ ਆਪ ਕਹਾਂ ਗਏ ਦੀਏ ਬਿਨਾ ਸ਼ੁੱਧ, ਮਹਾਰਾਜ ਜੀ ਤੁਸੀਂ ਬਿਨਾ ਖਬਰ ਦਿੱਤੇ ਅਚਾਨਕ ਕਿੱਥੇ ਚਲੇ ਗਏ ਹੋ। ਮ੍ਰਿਤ ਕੋ ਹੇਤ ਨ ਕੋ ਉਪਜੇ ਹੈ, ਮ੍ਰਿਤੂ ਦਾ ਹੇਤ ਤਾਂ ਕੋਈ ਕਾਰਨ ਨਜ਼ਰ ਨਹੀਂ ਪਿਆ ਆਉਂਦਾ,
ਨਹੀਂ ਪਿਆ ਪਤਾ ਲੱਗਦਾ। ਜਾਲ ਪਾਪਾ ਵੇਖੇ ਹਨ ਸਾਰਿਆਂ ਨੇ, ਆਪ ਜੀ ਦਾ ਪਾਵਨ ਤਨ ਕਿਤੇ ਨਜ਼ਰ ਨਹੀਂ ਆ ਰਿਹਾ। ਆਪ ਜੀ ਬਿਨਾਂ ਮੈਨੂੰ ਖਬਰ ਦਿੱਤਿਆਂ ਅਚਾਨਕ ਕਿੱਥੇ ਚਲੇ ਗਏ ਹੋ ਜਗਤਨਾਥ ਜੀ? ਬਾਰਕ ਤਾਤ ਆਧਾਰ ਨਾ ਮੋਕੋ। ਇਹ ਬਾਬਾ ਸ਼੍ਰੀ ਚੰਦ ਜੀ ਦੇ ਪਿਤਾ ਜੀ, ਤੁਹਾਡੇ ਬਿਨਾਂ ਮੇਰਾ ਕੋਈ ਆਧਾਰ ਨਹੀਂ, ਤੁਹਾਡੇ ਬਿਨਾਂ ਮੇਰਾ ਕੋਈ ਆਸਰਾ ਨਹੀਂ। ਸ਼ੋਕ ਜਗੇ ਔਰ ਧੀਰ ਪੱਗੇ ਹੈ। ਮੇਰਾ ਹਿਰਦਾ ਸ਼ੋਕਾਤੁਰ ਹੋ ਰਿਹਾ ਹੈ, ਹਿਰਦੇ ਚੋਂ ਧੀਰਜ ਜਾ ਰਿਹਾ ਹੈ। ਯਾ ਬਿਦ ਸ਼ੋਕ ਗਿਰਾ ਬਹੁ ਭਾਂਤਨ। ਇਉਂ ਮਾਤਾ ਸੁਲੱਖਣੀ ਜੀ ਬਹੁ ਪ੍ਰਕਾਰ ਨਾਲ ਸ਼ੋਕਾਤੁਰ ਹੋ ਕੇ ਬੇਨਤੀਆਂ ਕਰ ਰਹੇ ਹਨ। ਡੋਲਤ ਹੈ ਬਿਰਲਾਪ ਪੁਕਾਰਾ। ਡੋਲਦੇ ਨੇ ਔਰ ਬਹੁਤ ਜ਼ਿਆਦਾ ਬੇਬਲ ਹੋ ਰਹੇ ਹਨ। ਬਾਮ ਫੁਰੈ ਅੰਗ ਸੋਚਕ ਹੈ ਸ਼ੁਭ। ਪਰ ਹੈਰਾਨੀ ਹੋ ਰਹੀ ਹੈ ਵੀ ਸਰੀਰ ਦੇ ਖੱਬੇ ਅੰਗ ਦੀ ਵਿੱਚ ਫਰਕਣ ਨਜ਼ਰ ਆਉਂਦੀ ਹੈ। ਕਹਿੰਦੇ ਵੀ ਇਹ ਤਾਂ ਸ਼ੁਭ ਸ਼ਗਨ ਪ੍ਰਤੀਤ ਹੁੰਦੇ ਆ, ਮਾਨੋ ਜਿਵੇਂ ਕੁਦਰਤ ਸੁਨੇਹਾ ਦੇ ਰਹੀ ਹੋਵੇ, ਸੁਲੱਖਣੀ ਤੇਰੇ ਜਗਤ ਦੇ ਤੇਰੇ ਪਤੀ ਇਹ ਸੰਸਾਰ ਦੇ ਮਾਲਕ ਨੇ, ਉਹ ਅਬਨਾਸੀ ਨੇ, ਸੰਸਾਰ ਬਿਨਸ ਜਾਏਗਾ। ਸੰਸਾਰ ਦੇ ਬਿਨਸਣ ਤੋਂ ਬਾਅਦ ਵੀ ਉਹ ਸਤ ਤੇ ਸदैवी ਹਨ। ਸਤਿ ਸ੍ਰੀ ਅਕਾਲ। ਮਾਨੋ ਉਸ ਕੁਦਰਤ ਸ਼ੁਭ ਸੰਕੇਤ ਦੇ ਰਹੀ ਹੈ। ਮਾਤਾ ਸੁਲੱਖਣੀ ਦੇ ਸਰੀਰ ਦਾ ਖੱਬਾ ਹਿੱਸਾ, ਖੱਬਾ ਅੰਗ ਫਰਕਦਾ ਹੈ। ਕਾਰਨ ਕੌਣ ਨ ਆਏ ਵਿਚਾਰਾ। ਨਾਲੇ ਮਾਤਾ ਸੁਲੱਖਣੀ ਜੀ ਬੇਬਲ ਨੇ ਤੇ ਫਿਰ ਜਦੋਂ ਇਹ ਸ਼ੁਭ ਸ਼ਗਨ ਵੇਖਦੇ ਆ ਤੇ ਹੈਰਾਨ ਹੁੰਦੇ ਆ ਵੀ ਇਹਦਾ ਕੀ ਕਾਰਨ ਹੋ ਸਕਦਾ ਹੈ। ਲੋਕ ਬਿਲੋਕ ਅਬੇਸਾ ਬਹੇ। ਕਹਿੰਦੇ ਜਿਤਨੇ ਲੋਕ ਨੇ ਉਹ ਸਾਰੇ ਵੇਖ ਰਹੇ ਨੇ। ਜਲ ਡੂਬ ਗਇਓ ਨਹਿ ਦੇਹ ਨਿਹਾਰਾ। ਲੋਕ ਗੱਲਾਂ ਕਰਦੇ ਆ, ਕਹਿੰਦੇ ਡੁੱਬ ਗਏ ਨੇ ਨਾਨਕ ਜੀ, ਪਾਣੀ ਦੇ ਵਿੱਚ ਉਹਨਾਂ ਦੀ ਦੇਹ ਨਹੀਂ ਮਿਲੀ, ਉਹਨਾਂ ਦਾ ਸਰੀਰ ਨਹੀਂ ਮਿਲਿਆ। ਹੋਵਤ ਮੌਨ ਭਲੇ ਸੁਖ ਪਾਉਨ। ਕਹਿੰਦੇ ਸਾਰੇ ਚੁੱਪ ਹੋ ਰਹੇ ਨੇ, ਸਮਝ ਨਹੀਂ ਪਈ ਆਉਂਦੀ। ਕਰੋ ਅਬ ਕੌਣ ਸੰਦੇਹ ਨਿਵਾਰਾ। ਕਹਿੰਦੇ ਬਾਕੀਆਂ ਦੇ ਸਰੀਰਾਂ ਤੇ ਵੀ ਇੱਕਦਮ ਸ਼ੁਭ ਸ਼ਗਨ ਉਹਨਾਂ ਨੂੰ ਪ੍ਰਤੀਤ ਹੁੰਦੇ, ਜਿਹੜੇ ਸਤਿਗੁਰਾਂ ਦੇ ਸਨੇਹੀ ਸਨ, ਉਹ ਇੱਕਦਮ ਚੁੱਪ ਕਰ ਗਏ ਰੋਂਦੇ ਆ। ਪਰ ਜਿਹੜਾ ਸੰਦੇਹ ਸੀ ਮਨ ਵਿੱਚ ਵੀ ਗੁਰੂ ਨਾਨਕ ਸਾਹਿਬ ਕਿੱਥੇ ਨੇ, ਉਹ ਹੁਣ ਸੰਦੇਹ ਕੌਣ ਨਿਵਾਰੇ ਬਿਨਾਂ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਇਆ। ਉਹ ਸੰਸਾ ਹੁਣ ਕੌਣ ਨਿਰਵਿਰਤ ਕਰੇ। ਸ਼ੋਕ ਕਸ਼ੋਰ ਸੁਨਿਓ ਚਾਹੋ ਔਰ ਤੇ। ਬੇਬੇ ਨਾਨਕੀ ਨੇ ਆਪਣੇ ਵਿਹੜੇ ਵਿੱਚ ਸੁਣਿਆ ਬਹੁਤ ਸਾਰਾ ਸ਼ੋਰ ਤੇ ਸ਼ੋਕ। ਧੀਰਜ ਛੋਰ ਦਇਓ ਭਾਰ ਛਾਤੇ। ਔਰ ਉਸ ਵੇਲੇ ਧੀਰਜ ਦਿੱਤਾ, ਸੁਲੱਖਣੀ ਜੀ ਨੂੰ ਹੌਸਲਾ ਦਿੱਤਾ ਹੈ। ਨਾਨਕ ਹੇਰ ਦਸ਼ਾ ਸਭ ਕੀ ਹੋਤ। ਬੇਬੇ ਨਾਨਕੀ ਨੇ ਆਪਣੇ ਅਜਰ ਵਿੱਚ ਵਿਹੜੇ ਵਿੱਚ ਸਾਰਿਆਂ ਦੀ ਭੀੜ ਵੇਖੀ, ਜਿਹੜੇ ਸਤਿਗੁਰਾਂ ਦੇ ਸਨੇਹੀ ਸਨ, ਸਮੇਤ ਮਾਤਾ ਸੁਲੱਖਣੀ ਜੀ ਦੇ ਭਾਈ ਆ ਜੈ ਰਾਮ ਜੀ ਹੋਣੀ ਸਭ ਬੈਠੇ ਨੇ, ਕੁਝ ਰੁਦਨ ਕਰ ਰਹੇ ਸਨ। ਵੇਖ ਕੇ ਬੇਬੇ ਨਾਨਕੀ ਜੀ ਧੀਰਜ ਦਿੰਦੇ ਨੇ। ਦਾਸੇ ਔਦਾਸ ਜੇ ਆਨ ਸੰਗਾਤੇ। ਜਿੰਨੇ ਦਾਸੀਆਂ ਦਾਸ ਸਨ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ, ਤਾਂ ਬੇਬੇ ਨਾਨਕੀ ਦੇ ਘਰ ਦੇ। ਕੰਤ ਪਿਤਾ ਪੁੰਨ ਕੰਤ ਬਿਸੁਗਤ। ਉਸ ਵੇਲੇ ਸਾਰਿਆਂ ਨੂੰ ਵੇਖਿਆ, ਬੇਬੇ ਨਾਨਕੀ ਨੇ ਵੀ ਵੇਖਿਆ ਵੀ ਮੇਰੇ ਪਤੀ ਦੇ ਪਿਤਾ ਬਾਬਾ ਪਰਮਾਨੰਦ ਜੀ ਵੀ ਦੁਖੀ ਨੇ। ਕੰਤ ਪਿਤਾ ਪੁੰਨ ਕੰਤ ਬਸੂਰਤ। ਫਿਰ ਉਹਨਾਂ ਦੇ ਪਤੀ ਭਾਈਆ ਜੈ ਰਾਮ ਜੀ ਵੀ ਬੜੇ ਦੁਖੀ ਹੋ ਕੇ ਬੈਠੇ ਨੇ। ਸੰਦਰ ਕੇ ਤਰੁਨੀ ਬਿਲ ਲਾਤੇ। ਸੋਦਰ ਕੀ ਤਰਨੀ ਬਿਲ ਲਾਤੀ। ਫਿਰ ਆਪਣੇ ਭਰਾ ਦੀ ਘਰ ਵਾਲੀ ਮਾਤਾ ਸੁਲੱਖਣੀ ਨੂੰ ਵੀ ਰੁਦਨ ਕਰਦਿਆ ਬੇਬੇ ਨਾਨਕੀ ਨੇ ਵੇਖਿਆ। ਬਾਹੇ ਗਾਹੇ ਸੋ ਪ੍ਰਬੋਧ ਪੀ। ਔਰ ਬਾਹ ਫੜ ਕੇ ਨਾ ਸੁਲੱਖਣੀ ਮਾਤਾ ਦੀ ਬੇਬੇ ਨਾਨਕੀ ਜੀ ਏਦਾਂ ਬਾਹ ਤੋਂ ਹਿਲਾ ਕੇ ਸੰਬੋਧਨ ਕਰਕੇ ਪ੍ਰਬੋਧਤ ਭੀ, ਪ੍ਰਬੋਧ ਕਰਦਿਆਂ ਬੋਲੇ। ਸੁਮਤ ਤਾਜ ਸ਼ੋਕ ਸੁਨੋ ਮਮ ਬਾਤੇ। ਇਹ ਸੁਮਤ ਸ੍ਰੇਸ਼ਟ ਮਤ ਵਾਲੀ ਸੁਲੱਖਣੀ, ਤੂੰ ਆ ਸ਼ੋਕ ਛੱਡ ਦੇ,
ਇਸ ਦੁੱਖ ਦਾ ਤਿਆਗ ਕਰ ਦੇ ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਗਰਭਵਤੀ ਤੁਜ ਦੇਹ ਅਹੈ। ਸੁਲੱਖਣੀ ਤੇਰੇ ਉਦਰ ਵਿੱਚ ਬਾਲਕ ਹੈ, ਕਿਉਂਕਿ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਣ ਵਾਲਾ ਸੀ। ਇਸ ਕਰਕੇ ਕੋਲੋਂ ਕਹਿ ਰਹੇ ਬੇਬੇ ਨਾਨਕੀ ਜੀ, ਸੁਲੱਖਣੀ ਹੌਸਲਾ ਕਰ, ਧੀਰਜ ਧਾਰਨ ਕਰ, ਤੇਰੇ ਉਦਰ ਵਿੱਚ ਬਾਲਕ ਹੈ। ਬਹੁ ਸੰਕਟ ਦੇਨ ਨ ਯੋਗ ਲਖੀਜੈ। ਤੂੰ ਆਪਣੀ ਦੇਹ ਨੂੰ ਇਤਨਾ ਸੰਕਟ ਨਾ ਦੇ, ਇਹ ਤੇਰੇ ਲਈ ਯੋਗ ਨਹੀਂ, ਉਸ ਬਾਲਕ ਲਈ ਵੀ ਯੋਗ ਨਹੀਂ। ਭੇਦ ਕਛੂ ਨ ਹੈ ਜਾਣਤ ਤਾਹੇ ਕੋ। ਤੂੰ ਉਹਨਾਂ ਦਾ ਭੇਦ ਨਹੀਂ ਜਾਣਦੀ ਜੋ ਤੇਰੇ ਸਿਰ ਦੇ ਸਾਈਂ ਹਨ। ਬਾਦ ਹੀ ਸ਼ੋਕ ਔ ਚਿੰਤ ਕਰੀ ਜੈ। ਤੂੰ ਵਿਅਰਥੀ ਉਹਨਾਂ ਵਾਸਤੇ ਚਿੰਤਾ ਤੇ ਸ਼ੋਕ ਆਪਣੇ ਹਿਰਦੇ ਵਿੱਚ ਪਾਲ ਰਹੀ ਐ। ਤੋ ਪਤ ਆਏ ਮਿਲੈ ਨਿਸ਼ਚੈ ਕਰ। ਇਸ ਗੱਲ ਦਾ ਆਪਣੇ ਮਨ 'ਚ ਨਿਸ਼ਚਾ ਕਰ ਲੈ ਸੁਲੱਖਣੀ, ਤੇਰਾ ਪਤੀ ਆ ਕੇ ਤੈਨੂੰ ਮਿਲੇਗਾ ਔਰ ਤੈਨੂੰ ਦਰਸ਼ਨ ਦੇਵੇਗਾ। ਇਸ ਗੱਲ ਦਾ ਨਿਸ਼ਚਾ ਤੂੰ ਆਪਣੇ ਮਨ ਵਿੱਚ ਪੱਕੇ ਤੌਰ ਤੇ ਕਰ ਲੈ। ਸਿੱਖ ਜੋ ਮੇਰੀ ਹਿਰਦੈ ਦ੍ਰਿੜ ਲੀਜੈ। ਮੇਰੀ ਇਹ ਸਿੱਖਿਆ ਤੂੰ ਆਪਣੇ ਹਿਰਦੇ 'ਚ ਦ੍ਰਿੜ ਕਰਕੇ ਧਾਰਨ ਕਰ ਲੈ। ਤੀਨ ਦਿਨਾਂ ਲਗ ਹੇ ਕੇ ਸਿੱਖ ਸੋ। ਹਾਂ, ਦੇਤ ਹੈ ਨਾ 3 ਦਿਨਾਂ ਲਗ ਹੈ ਸੋ ਕੁਮਾਰ। ਕਹਿਣ ਲੱਗੇ ਬੇਬੇ ਨਾਨਕੀ ਜੀ, ਸੁਲੱਖਣੀ ਜੀ 3 ਦਿਨ ਮੇਰਾ ਬਚਨ ਮੰਨ ਕੇ ਉਡੀਕ ਕਰੋ। ਅੱਜ 1 ਦਿਨ ਬੀਤ ਗਿਆ, 2 ਦਿਨ ਹੋਰ ਉਡੀਕ ਕਰ ਲੋ, 3 ਦਿਨ ਮੇਰਾ ਬਚਨ ਮੰਨ ਕੇ ਉਡੀਕ ਕਰੋ। ਉਤਾਰ ਨਹਾਰ ਸ਼ਿੰਗਾਰ ਮਨੀਜੈ। ਆ ਜਿਹੜੇ ਸ਼ਿੰਗਾਰ ਤੈਂ ਧਾਰਨ ਕੀਤੇ ਨੇ 3 ਦਿਨਾਂ ਤੱਕ ਇਸੇ ਤਰ੍ਹਾਂ ਰਾਖੇ ਦਾ ਤਿਆਗ ਨਾ ਕਰੀ। ਹੇਤ ਸਮੇਤ ਕੇ ਸੀਖ ਸੁਦੇਤ ਹੈ। ਬੜੇ ਹੇਤ ਨਾਲ, ਬੜੇ ਲਗਾਵ ਨਾਲ ਮਾਤਾ ਸੁਲੱਖਣੀ ਨੂੰ ਬੇਬੇ ਨਾਨਕੀ ਜੀ ਸਿੱਖਿਆ ਦਿੰਦੇ, ਧੀਰਜ ਦਿੰਦੇ ਨੇ। ਨਾਨਕੀ ਹੇਰ ਸਭੈ ਪਰਿਵਾਰ। ਬੇਬੇ ਨਾਨਕੀ ਨੇ ਆਪਣਾ ਸਾਰਾ ਪਰਿਵਾਰ ਵੇਖਿਆ। ਕੇ ਚਿਤ ਕਾਲ ਸੁਨੇ ਚੁੱਪ ਹੈ ਕਰ। ਬੇਬੇ ਜੀ ਦੇ ਬਚਨ ਸੁਣ ਕੇ ਕੁਝ ਸਮੇਂ ਲਈ ਸਾਰੇ ਚੁੱਪ ਕਰ ਗਏ। ਜੇ ਬਚਨ ਹਿਤ ਕੇ ਸੁਖ ਕਾਰੂ। ਕਿਉਂਕਿ ਬੇਬੇ ਨਾਨਕੀ ਵੱਲੋਂ ਕਹੇ ਬਚਨ ਸਾਰਿਆਂ ਦੇ ਹਿੱਤ ਵਿੱਚ ਸਨ, ਸਾਰਿਆਂ ਲਈ ਸੁਖਦਾਈ ਸਨ। ਬੇਬੇ ਨਾਨਕੀ ਨੇ ਕਿਹਾ 3 ਦਿਨਾਂ ਤੱਕ ਉਡੀਕ ਕਰੋ। ਮੂਰਤ ਫੇਰ ਸਲੋਨੀ ਚਿਤਾਰ ਕੈ। ਕਹਿੰਦੇ ਕੁਝ ਸਮੇਂ ਲਈ ਤਾਂ ਸਾਰੇ ਚੁੱਪਚਾਪ ਬੈਠੇ ਰਹੇ ਬੇਬੇ ਨਾਨਕੀ ਦੇ ਬਚਨ ਸੁਣ ਕੇ। ਫਿਰ ਮਹਾਰਾਜ ਜੀ ਦੀ ਸੋਹਣੀ ਜੀ ਮੂਰਤ ਨੂੰ ਚੇਤੇ ਕਰਕੇ ਸ਼ੋਰ ਉਠੈ ਇੱਕ ਵਾਰ ਖਪਾਰੂ। ਇੱਕ ਵਾਰ ਫਿਰ ਸਤਿਗੁਰਾਂ ਦੇ ਸਨੇਹੀਆਂ ਦੇ ਨੇਤਰ ਫਿਰ ਭਰ ਆਏ। ਇੱਕਦਮ ਫਿਰ ਕਈ ਬੇਬਲ ਹੋ ਕੇ ਰੁਦਨ ਕਰਨ ਲੱਗ ਪਏ। ਜੋ ਪੁਰ ਮੈਂ ਸੁਨੈ ਸ਼੍ਰੋਨ ਬਿਖੈ ਸੋ। ਜਿਹੜਾ ਵੀ ਨਗਰ ਦੇ ਵਿੱਚ ਕੰਨਾਂ ਵਿੱਚ ਸੁਣਦਾ ਰੋਏ ਉਠੈ ਗੁਣ ਭਾਖ ਆਚਾਰੋ। ਜਿਹੜਾ ਵੀ ਸੁਣਦਾ ਨਾ, ਕੋਈ ਬਾਹਰੋਂ ਆਇਆ ਨਗਰ ਦੇ ਵਿੱਚ ਕਿ ਨਹੀਂ ਨਾਨਕ ਮੋਦੀ ਜੀ ਵੇਈ ਨਦੀ 'ਚ ਡੁੱਬ ਗਏ ਨੇ, ਇਹ ਸੁਣਦਿਆਂ ਸਾਰ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਤੇ ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਨ ਲੱਗ ਪੈਂਦੇ ਆ ਲੋਕ। ਕਿਉ ਕਮੀਤ ਹੁਤੇ ਸੋ ਰੋਤ ਹੈ। ਮਹਾਰਾਜ ਜੀ ਦੇ ਕਿਤਨੇ ਹੀ ਮਿੱਤਰ ਪਿਆਰੇ ਸਨੇਹੀ ਸਨ ਜਿਹੜੇ ਰੁਦਨ ਕਰ ਰਹੇ ਨੇ। ਆਪਨ ਪੈ ਮਿਲ ਬੈਸਤ ਬ੍ਰਿੰਦਾ। ਇਹ ਉਹ ਨੇ ਸਾਰੇ ਜਿਹੜੇ ਮੋਦੀ ਖਾਨੇ 'ਚ ਸਤਿਗੁਰਾਂ ਕੋਲ ਬੈਠੇ ਰਹਿੰਦੇ ਸਨ, ਮਹਾਰਾਜ ਜੀ ਦੇ ਬਚਨ ਸੁਣਦੇ ਸੀ, ਗੁਰਦੇਵ ਦੇ ਦਰਸ਼ਨ ਕਰਦੇ ਸਨ। ਕੋ ਆਨ ਆਵਾਸ ਬਿਖੈ ਕਹੈ। ਕਈ ਘਰ ਦੇ ਵਿੱਚ ਆ ਕੇ ਗੱਲਾਂ ਕਰਦੇ ਨੇ, ਬੇਬੇ ਨਾਨਕੀ ਨੂੰ ਮਿਲਦੇ ਨੇ, ਭਾਈਏ ਜੈ ਰਾਮ ਨੂੰ ਮਿਲਦੇ ਹਨ। ਜੈ ਰਾਮ ਸੋ ਭਾ ਅਤ ਮੰਦਾ। ਆ ਕੇ ਕਹਿੰਦੇ ਆ ਜੈ ਰਾਮ ਕੀ ਆਖੀਏ ਗੁਰੂ ਨਾਨਕ ਸਾਹਿਬ ਬਾਰੇ, ਬਹੁਤ ਮਾੜਾ ਹੋਇਆ। ਜਿਵੇਂ ਲੋਕ ਗੱਲਾਂ ਕਰਦੇ ਹੁੰਦੇ ਐ, ਇਹਦਾ ਭਾਈਏ ਜੈ ਰਾਮ ਕੋਲ ਆ ਕੇ ਅਫਸੋਸ ਕਰਦੇ ਹਨ। ਕੈਸੇ ਅਚਾਨਕ ਰੀਤ ਬਣੀ। ਕਹਿਣ ਲੱਗੇ ਜੈ ਰਾਮ ਇਹ ਹੋਇਆ ਕਿਵੇਂ, ਅਚਾਨਕ ਇਹ ਕਿੱਦਾਂ ਹੋ ਗਿਆ, ਕਿਵੇਂ ਬਣ ਗਿਆ। ਇਸ਼ਨਾਨ ਕਰੈ ਨਿਤ ਬੇਦਨ ਇੰਦਾ। ਉਹ ਤਾਂ ਰੋਜ਼ ਜਾਂਦੇ ਸੀ ਇਸ਼ਨਾਨ ਵੇਈ 'ਚ, ਜਿਹੜੇ ਮਹਾਰਾਜ ਜੀ ਦੇ ਮਿੱਤਰ ਉਹ ਜਾਣਦੇ ਸੀ ਨਾ। ਉਹ ਕਹਿੰਦੇ ਵੀ ਉਹ ਕਿਹੜਾ ਅੱਜ ਪਹਿਲੀ ਵਾਰ ਗਏ ਸੀ, ਉਹ ਤਾਂ ਰੋਜ਼ਾਨਾ ਉਹਨਾਂ ਦਾ ਨੇਮ ਸੀ, ਰੋਜ਼ ਹੀ ਵੇਈ 'ਚ ਜਾ ਕੇ ਇਸ਼ਨਾਨ ਕਰਦੇ ਸਨ। ਦੇਹ ਬਹੁਰ ਨ ਹਾਥ ਲਗੀ ਬਹੁ। ਅੱਜ ਕੀ ਹੋ ਗਿਆ ਬੇਦੀਆਂ ਦੇ
ਕੁੱਲ ਦੇ ਚੰਦਰਮਾ ਗੁਰੂ ਨਾਨਕ ਸਾਹਿਬ ਨੂੰ, ਉਹਨਾਂ ਦੀ ਫਿਰ ਸੁਣਿਆ ਦੇਹ ਵੀ ਉਹਨਾਂ ਦਾ ਸਰੀਰ ਵੀ ਹੱਥ ਨਹੀਂ ਲੱਗਾ। ਕੀਨ ਉਪਾਏ ਹੈ ਠੰਡ ਨਰਿੰਦਾ। ਨਵਾਬ ਦੌਲਤ ਖਾਨ ਨੇ ਕੋਲ ਹੋ ਕੇ ਸਾਰੇ ਉਪਾਅ ਕੀਤੇ ਹਨ। ਦੋਹਰਾ ਆਸ ਪ੍ਰਕਾਰ ਸਭ ਮਾਨ ਕੈ ਅਚਰਜ ਉਰ ਨਰ ਨਾਰ। ਇਸ ਤਰ੍ਹਾਂ ਜਿਤਨੇ ਵੀ ਸੁਲਤਾਨਪੁਰ ਸਾਹਿਬ ਦੇ ਨਰ ਨਾਰੀਆਂ ਨੇ ਅਚਰਜ ਹੋ ਰਹੇ ਨੇ, ਹੈਰਾਨ ਹੋ ਰਹੇ ਨੇ। ਕੋਈ ਕਸੋ ਜਸ ਉਚਾਰਹੀ ਕੋਈ ਕ ਨਿੰਦਾ ਗਵਾਰ। ਬਹੁਤ ਸਾਰੇ ਲੋਕ ਮਹਾਰਾਜ ਜੀ ਦਾ ਜਸ ਕਰਦੇ ਨੇ, ਪਰ ਕੁਝ ਕੁ ਹੁੰਦੇ ਐ ਇਹੋ ਜਿਹੇ ਜਿਨ੍ਹਾਂ ਨੂੰ ਸਾਹਿਬ ਦੀ ਵਡਿਆਈ ਨਹੀਂ ਸੀ ਪਾਉਂਦੀ, ਉਹ ਨਿੰਦਕ ਨਿੰਦਾ ਕਰਦੇ ਐ। ਜਿਨ੍ਹਾਂ ਨੂੰ ਮੌਕਾ ਮਿਲ ਗਿਆ ਨਿੰਦਾ ਕਰਨ ਦਾ। ਆਲੋਚਕ ਸੰਸਾਰ ਦੇ ਵਿੱਚ ਨਾ ਹੋਣ ਐਸਾ ਹੋ ਨਹੀਂ ਸਕਦਾ। ਇਹ ਸੰਸਾਰ ਵਿੱਚ ਨੇਕ ਰਾਹ ਤੇ ਚੱਲਣ ਵਾਲਿਆਂ ਦੀ ਆਲੋਚਨਾ ਕਰਨ ਵਾਲੇ ਵੀ ਬਹੁਤ ਹੁੰਦੇ ਆ, ਜਿਨ੍ਹਾਂ ਦਾ ਖਿਆਲ, ਜਿਨ੍ਹਾਂ ਦਾ ਸੁਰਤਾ, ਜਿਨ੍ਹਾਂ ਦਾ ਧਿਆਨ ਹਮੇਸ਼ਾ ਬਦੀਆਂ 'ਚ ਹੁੰਦਾ ਹੈ ਨਾ, ਉਹ ਚੰਗੇ ਰਾਹ ਤੇ ਚੱਲਣ ਵਾਲਿਆਂ ਦੀ ਵੀ ਹਮੇਸ਼ਾ ਆਲੋਚਨਾ ਕਰਦੇ ਆ, ਨਿੰਦਾ ਕਰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵੀ ਨਿੰਦਾ ਕਰਦੇ ਨੇ ਕੁਝ ਕੁ ਲੋਕ ਐਸੇ ਹਨ। ਸਵਈਆ ਪੁਰ ਰੌਰ ਪਰਾਂ ਬਿਸਮਾਦ ਹਿਰਦੈ। ਸਾਰੇ ਨਗਰ ਚ ਰੌਲਾ ਪਿਆ ਤੇ ਹੈਰਾਨ ਹੋ ਰਹੇ ਨੇ। ਤਨ ਖੋਜ ਰਹੇ ਕਿਤ ਹੱਥ ਨਾ ਆਇਓ। ਹੈਰਾਨੀ ਹੋ ਗਈ ਵੀ ਸਰੀਰ ਉਹਨਾਂ ਦਾ ਲੱਭਾ ਹੀ ਨਹੀਂ, ਲੱਭ ਲੱਭ ਕੇ ਥੱਕ ਗਏ। ਨਰ ਨਿੰਦਕ ਜਿਨ ਬਿੰਦਕ ਭੇਦ ਕੋ। ਸਤਿਗੁਰਾਂ ਦੇ ਭੇਦ ਨੂੰ ਨਹੀਂ ਸਨ ਜਾਣਦੇ, ਉਹ ਨਿੰਦਕ ਏਦਾਂ ਨਿੰਦਾ ਕਰਦੇ ਆ, ਕਹਿੰਦੇ ਤਿੰਦਕ ਮੋਹ ਜਿਨੈ ਗਰ ਸਾਇਓ। ਇਹੋ ਜਿਹੇ ਨਿੰਦਕ ਨੇ ਜਿਨ੍ਹਾਂ ਨੂੰ ਮੋਹ ਰੂਪੀ ਤੰਦੂਏ ਨੇ ਆਪਣੇ ਗਰਸੀ, ਆਪਣੀਆਂ ਤੰਦਾਂ ਦੇ ਵਿੱਚ ਗਰਸਿਆ ਹੋਇਆ। ਮੁਖ ਬੈਨ ਅਲਾਏ ਸੁਨਾਏ ਕਹੈ। ਉਹ ਨਿੰਦਕ ਆਪਣੇ ਮੂੰਹੋਂ ਬੋਲ ਕੇ ਸੁਣਾ ਕੇ ਕਹਿੰਦੇ ਨੇ ਸੁਗਵਾਏ ਬਿਤੰ ਬਹੁ ਪਛਤਾਇਓ। ਕਹਿੰਦੇ ਜ਼ਰੂਰ ਨਾਨਕ ਨੇ ਘਾਟਾ ਪਾ ਦਿੱਤਾ ਹੋਣਾ, ਮੋਦੀ ਖਾਨੇ 'ਚ ਦੌਲਤ ਖਾਂ ਦਾ ਪੈਸਾ ਉਜਾੜ ਦਿੱਤਾ ਤੇ ਉਜਾੜਨ ਤੋਂ ਬਾਅਦ ਮਨ 'ਚ ਪਛਤਾਵਾ ਹੋਇਆ ਹੋਣਾ, ਤਾਂ ਨਹਿਰ ਦੇ ਵਿੱਚ ਛਾਲ ਮਾਰੀ ਹੈ, ਤਾਂ ਉਹ ਰੁੜੇ ਨੇ ਆਤਮ ਹੱਤਿਆ ਕਰਨ ਲਈ। ਜਲ ਡੂਬ ਗਇਓ ਨਿਜ ਪ੍ਰਾਨ ਹਇਓ। ਉਹਨਾਂ ਨੇ ਆਪਣੇ ਪ੍ਰਾਣ ਆਪ ਸਮਾਪਤ ਕੀਤੇ ਨੇ ਨਹਿਰ ਦੇ ਵਿੱਚ, ਨਦੀ 'ਚ ਛਾਲ ਮਾਰ ਕੇ। ਨਾ ਕਲੇਸ਼ ਪਇਓ ਮਨ ਯੋ ਸਮਝਾਇਓ। ਉਹਨਾਂ ਨੇ ਸੋਚਿਆ ਹੋਣਾ ਵੀ ਕਾਹਨੂੰ ਕਲੇਸ਼ 'ਚ ਪੈਣਾ, ਦੌਲਤ ਖਾਂ ਦਾ ਹਿਸਾਬ ਕਿਤਾਬ ਕਰਾਂਗਾ, ਘਾਟਾ ਨਿਕਲੇਗਾ ਮੇਰਾ, ਇਸ ਕਲੇਸ਼ ਵਿੱਚ ਨਾ ਪੈਣ, ਇਸ ਕਰਕੇ ਉਹਨਾਂ ਨੇ ਸਭ ਕੁਝ ਕੀਤਾ ਹੈ। ਟੋਟਾ ਵੱਡੋ ਪਿਖ ਰਾਟ ਹੈ ਕੇ ਡਰ। ਉਹਨਾਂ ਨੂੰ ਰਾਜੇ ਦਾ ਡਰ ਹੋਣਾ, ਉਹਨਾਂ ਵੇਖਿਆ ਹੋਣਾ ਮੋਦੀ ਖਾਨੇ 'ਚ ਘਾਟਾ ਪਿਆ ਹੈ। ਨਾਹੀਂ ਟਿਕਿਓ ਟਕ ਟਕ ਕਰੀ ਰਤ। ਉਹਨਾਂ ਨੇ ਆਪਣਾ ਆਪ ਨਹੀਂ ਟਿਕਾਇਆ ਔਰ ਆਪਣੇ ਸਨੇਹੀਆਂ ਦੀ ਸਾਰਿਆਂ ਦੀ ਪ੍ਰੀਤ ਟੁਕ ਟੁਕ ਕਰ ਦਿੱਤੀ ਹੈ, ਯਾਨੀ ਕਿ ਸਾਰਿਆਂ ਨੂੰ ਛੱਡ ਕੇ ਚਲੇ ਗਏ ਨੇ। ਟੋਰ ਫੇਰੈ ਤਟ ਔ ਕਟ ਘਾਟ। ਕਹਿੰਦੇ ਨਦੀ ਦੇ ਵੇਈ ਦੇ ਸਾਰੇ ਤਟ ਕਿਨਾਰੇ ਲੱਭ ਲਏ ਨੇ, ਘਾਟ ਵੇਖ ਲਏ ਨੇ। ਗਇਓ ਕਿਤ ਬਾਟ ਨਾ ਜਾਣਤ ਕੋ ਗਤ। ਕਹਿੰਦੇ ਪਤਾ ਨਹੀਂ ਕਿਹੜੇ ਰਾਹ ਚਲੇ ਗਏ ਨੇ। ਕਈ ਤਾਂ ਕਹਿੰਦੇ ਜੀ ਇਹ ਤਾਂ ਡੁੱਬਣ ਦਾ ਬਹਾਨਾ ਜਾਪਦਾ ਕਿਤੇ ਇੱਥੋਂ ਦੂਰ ਨਿਕਲ ਗਏ ਨੇ, ਇੱਥੋਂ ਦੌੜ ਗਏ ਹੋਣਗੇ, ਭੱਜ ਗਏ ਹੋਣਗੇ। ਏਦਾਂ ਦੀਆਂ ਗੱਲਾਂ ਵੀ ਇਹ ਨਿੰਦਕ ਕਰਦੇ ਹਨ। ਕੋਟ ਗਟੀ ਚੜ ਹੈ ਹਟ ਹੈ। ਕਹਿੰਦੇ ਕਈ ਤਰ੍ਹਾਂ ਦੀਆਂ ਗਿਣਤੀਆਂ ਉਹਨਾਂ ਦੇ ਮਨਾਂ ਚ ਆਉਂਦੀਆਂ ਗੱਲਾਂ, ਜਿਵੇਂ ਮੂੰਹ ਚ ਆਉਂਦੀਆਂ ਕਹਿੰਦੇ ਹਨ। ਕਾਨ ਕਟ ਕਾਨ ਜੈ ਰਾਮ ਸੁਨੈ ਬਿਤਿਆ ਇਤ। ਜਦੋਂ ਭਾਈਏ ਜੈ ਰਾਮ ਦੇ ਕੰਨਾਂ 'ਚ ਵੀ ਇਹ ਗੱਲਾਂ ਨਿੰਦਕਾਂ ਦੀਆਂ ਪੈਂਦੀਆਂ। ਹੁਣ ਭਾਈਏ ਜੈ ਰਾਮ ਕੋਲ ਆ ਕੇ ਗੱਲਾਂ ਕਰਦੇ ਆ, ਜੈ ਰਾਮ ਤੇਰਾ ਰਿਸ਼ਤੇਦਾਰ ਘਾਟੇ ਦੇ ਡਰ ਥੋੜੋਂ ਪਾਣੀ 'ਚ ਡੁੱਬ ਗਿਆ। ਦੂਜਾ ਆ ਕੇ ਕਹਿੰਦਾ ਨਹੀਂ, ਜੇ ਡੁੱਬ ਜਾਏ ਹੁੰਦੇ ਤਾਂ ਉਹਨਾਂ ਦਾ ਸਰੀਰ ਲੱਭਦਾ, ਉਹ ਕਿਤੇ ਦੂਰ ਨਿਕਲ ਗਏ ਨੇ ਇੱਥੋਂ ਭੱਜ ਕੇ। ਤੀਜਾ ਕਹਿੰਦਾ ਨਹੀਂ ਜੀ, ਉੱਥੇ ਤੇ ਪੈਰਾਂ ਦੇ ਕੋਈ ਨਿਸ਼ਾਨ ਨਹੀਂ ਨਜ਼ਰ ਆਏ, ਜੇ ਜਾਂਦੇ ਤਾਂ ਉਹ ਵੀ ਦਿਸਦੇ।
ਏਦਾਂ ਭਾਈਏ ਜੈ ਰਾਮ ਕੋਲ ਆ ਕੇ ਗੱਲਾਂ ਕਰਦੇ ਹਨ। ਮਨ ਹੋ ਕਾਵ ਮੈਂ ਲੌਨ ਲਗਾਵਤ। ਜਦੋਂ ਇਹ ਗੱਲਾਂ ਕਰਦੇ ਭਾਈਆ ਜੈ ਰਾਮ ਇਉਂ ਦੁਖੀ ਹੁੰਦੇ ਮਾਨੋ ਜਿਵੇਂ ਕਿਸੇ ਜ਼ਖਮ ਦੇ ਉੱਤੇ ਕੋਈ ਲੂਣ ਭੁੱਕਦੇ ਤੇ ਦੁੱਖ ਹੁੰਦਾ। ਇਹਨਾਂ ਦੀਆਂ ਗੱਲਾਂ ਜ਼ਖਮ ਦੇ ਉੱਤੇ ਲੂਣ ਭੁੱਕਣ ਦੇ ਤੁਲ ਹਨ। ਸੀਸ ਤਨੈ ਚਿਤ ਖੇਦ ਭਇਓ ਅਤ। ਸੀਸ ਧੁੰਨਦੇ ਤੇ ਮਨ 'ਚ ਬਹੁਤ ਜ਼ਿਆਦਾ ਦੁੱਖ ਮਨਾਉਂਦੇ। ਰੋਜ਼ ਫਕੀਰਨ ਕੋ ਜੋ ਖੁਆਵਤ। ਕਹਿੰਦੇ ਰੋਜ਼ ਦਾ ਹੀ ਕੰਮ ਸੀ, ਫਕੀਰਾਂ ਨੂੰ ਰੋਜ਼ ਹੀ ਖਵਾਈ ਜਾਂਦੇ ਸੀ, ਰੋਜ਼ ਹੀ ਫਕੀਰਾਂ ਨੂੰ ਦਾਨ ਕਰੀ ਜਾਂਦੇ ਸਨ। ਆਵਤ ਨਾਹਿ ਰਸਾਇਨ ਕਾਏ। ਕਹਿੰਦੇ ਕਿਹੜਾ ਕੋਈ ਰਸਾਇਣ ਸੀ ਉਹਨਾਂ ਦੇ ਹੱਥ ਵਿੱਚ ਜਿਹੜੇ ਰਸਾਇਣ ਨੂੰ ਸਿੱਧ ਕਰਕੇ ਲੋਕਾਂ ਨੂੰ ਦਾਨ ਕਰਦੇ ਸਨ। ਭੈ ਨਾ ਕਰਿਓ ਭਵ ਦਾਨੀ ਪਾਇਓ। ਉਹਨਾਂ ਨੇ ਡਰ ਨਹੀਂ ਮੰਨਿਆ ਦੌਲਤ ਖਾਂ ਦਾ ਤੇ ਸੰਸਾਰ ਵਿੱਚ ਦਾਨੀ ਬਣ ਕੇ ਦਾਨ ਕਰਦੇ ਰਹੇ। ਧਨ ਭੂਪਤ ਪਾਰੇ ਜਯੋਂ ਪੂਰ ਲੁਟਾਏ। ਜਿਹੜਾ ਉਹਨਾਂ ਦੇ ਆਪਣੇ ਖੀਸੇ ਚੋਂ ਜਾਂਦਾ ਸੀ ਰਾਜੇ ਦੌਲਤ ਖਾਂ ਦਾ ਪੈਸਾ ਸੀ ਉਹ ਬਹੁਤ ਸਾਰਾ ਉਹਨਾਂ ਨੇ ਗਵਾ ਦਿੱਤਾ, ਉਜਾੜ ਦਿੱਤਾ। ਗ੍ਰਾਮ ਕੋ ਰਾਜ ਨਾ ਕਾਜ ਵਿਆਜ ਕੋ। ਕਿਹੜਾ ਗੁਰੂ ਨਾਨਕ ਸਾਹਿਬ ਦਾ ਕਿਸੇ ਪਿੰਡ ਦਾ ਕੋਈ ਕਰ ਆਉਂਦਾ, ਟੈਕਸ ਆਉਂਦਾ ਸੀ, ਉਹਨਾਂ ਦੇ ਕਿਹੜਾ ਕੋਈ ਮਾਇਆ ਵਿਆਜ ਤੇ ਚੜੀ ਹੋਈ ਸੀ ਜਿਹੜਾ ਵਿਆਜ ਆਉਂਦਾ ਹੋਣਾ। ਆਜ ਪਿਖੇ ਇਸ ਕੀ ਪ੍ਰਭ ਤਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਿੰਦਕ ਇੱਥੋਂ ਤੱਕ ਕਹਿੰਦੇ ਅੱਜ ਲੱਗਾ ਪਤਾ ਇਹਨਾਂ ਦੀ ਪ੍ਰਭੂਤਾਈ ਦਾ। ਕਹਿੰਦੇ ਕਿਹੜਾ ਕੋਈ ਇਹਨਾਂ ਦਾ ਪਿੰਡ ਸੀ, ਗ੍ਰਾਮ ਸੀ, ਜਾਂ ਕਿਹੜਾ ਕੋਈ ਇਹਨਾਂ ਦੇ ਵਿਆਜ ਤੇ ਪੈਸੇ ਚੜੇ ਸੀ। ਪੈਸਾ ਨਵਾਬ ਦੌਲਤ ਖਾਂ ਦਾ ਸੀ, ਉਜਾੜੀ ਜਾਂਦੇ ਸੀ ਨਿਰਭੈ ਹੋ ਕੇ। ਅੱਜ ਪਤਾ ਲੱਗੀ ਹੈ ਇਹਨਾਂ ਦੀ ਪ੍ਰਭੂਤਾਈ ਵੀ ਆਹ ਸੀ ਇਹਨਾਂ ਦੀ ਪ੍ਰਭੂਤਾਈ, ਆਹ ਸੀ ਇਹਨਾਂ ਦਾ ਵੱਡਾ ਪਨ। ਆਨਨ ਨਿੰਦ ਬਕੈ ਬਿਨ ਬਿੰਦ। ਏਦਾਂ ਇਹ ਨਿੰਦਕ ਬਹੁਤ ਜ਼ਿਆਦਾ ਬਕਵਾਸ ਆਪਣੇ ਮੂੰਹੋਂ ਬਕਦੇ ਨੇ, ਕਹਿੰਦੇ ਹਨ ਮੁਕੰਦ ਕੋ ਭੇਦ ਲਖਿਓ ਨਹਿ ਜਾਏ। ਮੁਕਤੀ ਦਾ ਤੇ ਸਤਿਗੁਰਾਂ ਦਾ ਭੇਦ ਕੌਣ ਜਾਣੇ? ਜਿਹਨੂੰ ਜਣਾਣ ਉਹੀ ਜਾਣੇ ਨਾ। ਜਿਹਨੂੰ ਜਣਾਣਾ ਹੀ ਨਹੀਂ ਮੇਰੇ ਸਾਹਿਬ ਨੇ ਉਹ ਕਿਵੇਂ ਜਾਣੇ? ਮੁਕਤੀ ਦਾ ਤੇ ਸਤਿਗੁਰਾਂ ਦਾ ਭੇਦ ਇਹ ਮੂਰਖ ਨਹੀਂ ਜਾਣਦੇ। ਦੋਹਰਾ ਨਗਰ ਨਰਨ ਪਰਵਾਰ ਪੁਨ ਸਭ ਕੇ ਦਸ਼ਾ ਵਿਚਾਰ। ਨਗਰ ਦੇ ਨਰਾਂ ਦੀ ਸਾਰਿਆਂ ਦੀ ਹਾਲਤ, ਸਾਰੇ ਪਰਿਵਾਰ ਦੀ ਦਸ਼ਾ ਉਹ ਵੇਖੀ ਐ। ਤੇਰਨ ਮਹਿ ਨਾਨਕੇ ਧਰਿਓ ਧਿਆਨ ਸੁਖ ਸਾਰ। ਬੇਬੇ ਨਾਨਕੀ ਨੇ ਵੇਖਿਆ ਸਭ ਡੋਲ ਰਹੇ ਨੇ, ਪਰਿਵਾਰ ਦੀ ਹਾਲਤ ਵੇਖੀ, ਪਤੀ ਦੇਵ ਦੇ ਹਾਲਾਤ ਵੇਖੇ। ਜਦੋਂ ਦੂਜੀ ਰਾਤ ਆਈ ਨਾ, ਇੱਕ ਰਾਤ ਇੱਕ ਦਿਨ 2 ਦਿਨ ਬੀਤ ਗਏ। ਦੂਜੀ ਰਾਤ ਨੂੰ ਬੇਬੇ ਨਾਨਕੀ ਜੀ ਨੇ ਚੌਂਕੜਾ ਲਾਇਆ ਤੇ ਨਿਜ ਧਿਆਨ ਵਿੱਚ ਪਰਾਇਣ ਹੋ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਿਆ। ਪਦਮਾਸਣ ਤੇ ਬਹਿ ਗਏ ਬੇਬੇ ਨਾਨਕੀ ਜੀ ਔਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਿਆ। ਸਵਈਆ ਧਿਆਨ ਧਾਰ ਕੇ ਕੀ ਕਹਿੰਦੇ, ਅਰਦਾਸ ਕਰਦੇ ਹਨ। ਹੇ ਜਗ ਬੰਦ ਪ੍ਰਭ ਸੁਖ ਕੰਦ। ਹੇ ਜਗਤ ਦੇ ਮੂਲ ਸੁੱਖਾਂ ਦੇ ਦਾਤੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਮੁਕੰਦ ਆਨੰਦ ਕੋ ਦਾਸਨ ਦਾਨੀ। ਇਹ ਗੁਰਦੇਵ ਆਪਣਿਆਂ ਸੇਵਕਾਂ ਨੂੰ ਮੁਕਤੀ ਦੇਣ ਵਾਲੇ, ਆਨੰਦ ਦਾ ਦਾਨ ਦੇਣ ਵਾਲੇ। ਸ਼੍ਰੀ ਕਰਤਾਰ ਮੁਰਾਰ ਆਘਾਰ। ਸ੍ਰੀ ਕਰਤਾਰ ਅਕਾਲ ਪੁਰਖ ਜੀਓ ਲਇਓ ਅਵਤਾਰ ਸੋ ਮੈਂ ਮਨ ਮਾਨੀ। ਤੁਸੀਂ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਆਏ ਹੋ ਇਹ ਮੈਂ ਜਾਣਦੀ ਹਾਂ। ਜੇ ਸ਼ਰਦਾ ਮਮ ਸਾਚਰ ਦੇਹ ਮਹਿ। ਇਹ ਸਤਿਗੁਰੂ ਜੀ ਜੇ ਮੇਰੇ ਮਨ ਦੀ ਸ਼ਰਧਾ ਸੱਚੀ ਹੈ ਉਹ ਪ੍ਰਗਟੋ ਪ੍ਰਭਾਤ ਮਹਾਨੀ। ਮਹਾਰਾਜ ਜੀ ਕੱਲ ਪ੍ਰਭਾਤ ਹੁੰਦਿਆਂ ਆਪ ਜੀ ਪ੍ਰਗਟ ਹੋ ਜਾਓ, ਮੇਰੇ ਮਨ ਦੀ ਇਹ ਭਾਵਨਾ ਪ੍ਰਵਾਨ ਕਰੋ। ਲੋਕ ਹਰੋ ਨਿਜ ਲੋਕਨ ਕੋ। ਔਰ ਆਪਣਿਆਂ ਸੇਵਕਾਂ ਦੇ ਦੁੱਖ ਹਰ ਲਵੋ। ਅਸ਼ੋਕ ਕਰੋ ਜੋ ਮੁੱਢ ਗੁਮਾਨੀ। ਆ ਜਿਹੜੇ ਗੁਮਾਨੀ ਹੰਕਾਰੀ ਤੁਹਾਡੀ ਨਿੰਦਾ ਕਰਦੇ ਇਹਨਾਂ ਦਾ ਮੂੰਹ ਕਾਲਾ ਕਰੋ। ਦੀਨ ਦਇਆਲ
ਸਦਾ ਅਰ ਕਾਲ। ਮਹਾਰਾਜ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ ਗਰੀਬ ਨਵਾਜ ਜੀ। ਸਭੇ ਤੈ ਵਿਸਾਲ ਬਹੀਨ ਕਲੰਕਾ। ਕਲੰਕ ਤੋਂ ਰਹਿਤ ਨਿਸ਼ਕਲੰਕ ਹੋ ਗਰੀਬ ਨਵਾਜ। ਇਹ ਜਨ ਲਾਲ ਪਖੰਡਨ ਸਾਲ। ਇਹ ਆਪਣਿਆਂ ਜਨਾਂ ਦੇ ਪਿਆਰੇ ਸਾਹਿਬ ਜੀ ਪਖੰਡੀਆਂ ਦਾ ਨਾਸ਼ ਕਰਨ ਵਾਲੇ, ਪਖੰਡੀਆਂ ਨੂੰ ਦੁੱਖ ਦੇਣ ਵਾਲੇ ਸਤਿਗੁਰੂ। ਹਰੈ ਜਮ ਜਾਲ ਕਰਾਲ ਅਤੰਕਾ। ਜਮਾਂ ਦੇ ਜਾਲ ਤੇ ਆਤੰਕ ਨੂੰ ਦੂਰ ਕਰਨ ਵਾਲੇ ਹੋ ਗਰੀਬ ਨਵਾਜ ਜੀ। ਜੇ ਕਾਲੇ ਕਾਲ ਕੋ ਚਾਲ ਮਹਾ। ਜਿਹੜੇ ਆ ਕਲੀ ਕਾਲ ਦੇ ਭਿਆਨਕ ਮਾੜੇ ਪਾਪ ਕਰਮ ਸੰਸਾਰ ਚ ਪ੍ਰਵਿਰਤ ਨੇ ਕੁਚਾਲ। ਆਘ ਜਾਲ ਭਏ ਨਰ ਹੋਇ ਮਤ ਰੰਕਾ। ਜਿਹੜੇ ਅਗਾਂ ਦੇ ਪਾਪਾਂ ਦੇ ਜਾਲਾਂ ਵਿੱਚ ਗਰਸੇ ਹੋਏ ਜੀਵ ਰੰਕ ਹੋ ਰਹੇ ਹਨ। ਸੋ ਉਬਾਰਨ ਕਾਰਨ ਰਾਵਰ। ਇਹੋ ਜਿਹੇ ਕਲੀ ਕਾਲ ਦੇ ਜੀਵਾਂ ਨੂੰ ਉਦਾਹਰਨ ਦੇ ਵਾਸਤੇ ਕਾਇਆ ਤਰੇ ਮਖ ਚਾਰ ਮਯੰਕਾ। ਇਹ ਅਕਾਲ ਪੁਰਖ ਜੀ ਤੁਸੀਂ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਅਵਤਾਰ ਧਾਰਨ ਕਰਕੇ ਆਏ ਹੋ। ਦੋਹਰਾ ਆਸ ਪ੍ਰਕਾਰ ਤਨ ਤਜਨ ਕੋ ਕਿਉ ਤੁਮਰੋ ਬਨ ਆਏ। ਮਹਾਰਾਜ ਹਾਲੇ ਤੇ ਜੀਵਾਂ ਨੂੰ ਤੁਸਾਂ ਨੇ ਉਧਾਰਨਾ ਹੈ, ਤੇ ਇਸ ਤਰ੍ਹਾਂ ਬਿਨਾਂ ਜੀਵਾਂ ਦੇ ਉਧਾਰ ਤੋਂ ਸਰੀਰ ਤਜਣਾ ਕਿਵੇਂ ਬਣ ਆਉਂਦਾ। ਐਸੇ ਅੰਤਰ ਧਿਆਨ ਪੇ ਆਵਹਿ ਦਰਸ਼ ਦਿਖਾਏ। ਇਸ ਤਰ੍ਹਾਂ ਤੁਸੀਂ ਅੰਤਰ ਧਿਆਨ ਹੋ ਗਏ ਹੋ। ਮਹਾਰਾਜ ਕਿਰਪਾ ਕਰੋ ਤੇ ਆਓ ਆ ਕੇ ਆਪਣੇ ਦਰਸ਼ਨ ਦਿਓ। ਬਾਰਜ ਬਨ ਪਰਵਾਰ ਨਿਜ ਸਰਬ ਗਇਓ ਕੁਮਲਾਏ। ਮਹਾਰਾਜ ਆਪਣੇ ਪਰਿਵਾਰ ਲਈ ਜਲ ਬਣ ਕੇ ਵਰਤੋ, ਕਿਉਂਕਿ ਜਿਵੇਂ ਪਾਣੀ ਬਿਨਾ ਖੇਤੀ ਕੁਮਲਾ ਜਾਂਦੀ, ਏਦਾਂ ਤੁਹਾਡੇ ਬਿਨਾ ਇਹ ਪਰਿਵਾਰ ਤੁਹਾਡਾ ਕੁਮਲਾ ਰਿਹਾ ਹੈ। ਹੋਰ ਪ੍ਰਭਾਕਰ ਸੇ ਮਿਲੋ ਬਦਨ ਸੋ ਛਬ ਬਿਕਸਾਏ। ਮਹਾਰਾਜ ਸੂਰਜ ਵਾਂਗੂ ਖਿੜੋ ਗਰੀਬ ਨਵਾਜ, ਆਪਣੇ ਸੋਹਣੇ ਦਰਸ਼ਨ ਦੇ ਕੇ ਆਪਣੇ ਕਮਲ ਰੂਪੀ ਗੁਰਸਿੱਖਾਂ ਸੇਵਕਾਂ ਨੂੰ ਪ੍ਰਸੰਨ ਕਰੋ। ਦੋਹਰਾ ਬੰਦ ਹਾਥ ਦਵੈ ਬੰਦ ਹੈ ਧਰ ਪਰ ਧਰ ਕਰ ਸੀਸ। ਦੋਵੇਂ ਹੱਥ ਜੋੜ ਕੇ ਬੇਬੇ ਨਾਨਕੀ ਜੀ ਜ਼ਮੀਨ ਤੇ ਸਿਰ ਧਰ ਕੇ ਬਾਰ-ਬਾਰ ਨਮਸਕਾਰ ਕਰਦੇ, ਗੁਰੂ ਨਾਨਕ ਸਾਹਿਬ ਦੀ ਮੂਰਤ ਦਾ ਧਿਆਨ ਧਾਰ ਕੇ। ਕਰੇ ਪ੍ਰਤੱਗਿਆ ਮੈਂ ਜੇ ਮੁਖ ਪ੍ਰਹਿ ਸ਼੍ਰੀ ਜਗਦੇਸ਼। ਇਹ ਜਗਤ ਦੇ ਈਸ਼ਵਰ, ਜੋ ਮੈਂ ਪ੍ਰਤੱਗਿਆ ਕੀਤੀ 3 ਦਿਨਾਂ ਬਾਅਦ ਆਪ ਜੀ ਦੇ ਪ੍ਰਗਟ ਹੋਣ ਦਾ ਬਚਨ ਕਿਹਾ ਹੈ, ਆਪ ਜੀ ਕਿਰਪਾ ਕਰਕੇ ਮੇਰੀ ਇਸ ਪ੍ਰਤੱਗਿਆ ਨੂੰ ਪੂਰਨ ਕਰੋ। ਸਰਬ ਰੈਨ ਬਿਨ ਸੈਨ ਕੇ ਕਹਿ ਤੁਸ ਜਸ ਕੇ ਬੈਨ। ਸਾਰੀ ਰਾਤ ਬਿਨਾਂ ਆਰਾਮ ਕੀਤਿਆਂ ਚੌਂਕੜੇ ਤੇ ਬੇਬੇ ਨਾਨਕੀ ਜੀ ਸਤਿਗੁਰਾਂ ਦਾ ਸੁਜਸ ਕਰਦੇ ਰਹੇ। ਭਰਾਤ ਅਰਾਧਤ ਪ੍ਰੀਤ ਕਰ ਹਿਰਦੈ ਚਿਤਵ ਗੁਣ ਐਨ। ਆਪਣੇ ਭਰਾ ਗੁਰੂ ਨਾਨਕ ਸਾਹਿਬ ਜੀ ਨੂੰ ਬੜੀ ਭਾਰੀ ਪ੍ਰੀਤ ਨਾਲ ਹਿਰਦੇ 'ਚ ਚਿਤਵ ਕੇ ਆਰਾਧਦੇ ਹਨ। ਅਸ ਪ੍ਰਕਾਰ ਪੇ ਪੁਰ ਵਿਖੈ ਸੁਨੋ ਬਹੁਰ ਗੁਰ ਗਾਥ। ਇਸ ਪ੍ਰਕਾਰ ਨਾਲ ਕਹਿੰਦੇ ਅਸੀਂ ਸੁਲਤਾਨਪੁਰ ਸਾਹਿਬ ਦੇ ਵਿੱਚ ਜੋ ਬੀਤਿਆ ਹੈ। ਕਾਵੇ ਸੰਤੋਖ ਸਿੰਘ ਸਿਮਰਨਿਤ ਬੰਦੋਂ ਤਰ ਪਦ ਮਾਥ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੇ ਪ੍ਰਭੂ ਜੀ, ਮੈਂ ਤੁਹਾਡੇ ਚਰਨਾਂ ਤੇ ਨਿਤ ਬੰਦਨਾ ਕਰਦਾ, ਸਿਰ ਧਰ ਕੇ ਮੱਥਾ ਟੇਕਦਾ ਹਾਂ। ਇਹ ਤਾਂ ਸੀ ਸੁਲਤਾਨਪੁਰ ਸਾਹਿਬ ਦੇ ਵਿੱਚ ਜੋ ਹੋਇਆ। ਉਧਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਜੋ ਨਿਰੰਕਾਰ ਦੇ ਦੇਸ਼ ਵਿੱਚ ਗਏ ਨੇ, ਉਹ ਵੀ ਕੁਝ ਵਾਰਤਾ ਮਹਾਕਵੀ ਜੀ ਕਹਿੰਦੇ ਮੈਂ ਅੱਗੇ ਕਹਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
हे अच्युत हे पार ब्रह्म हे पूरन हे सर्वमय ਪੰਜਨ ਗੁਣ ਤਾਸ हे संगी हे निरंकार ਨਿਰਗੁਣ ਸਭ ਟੇਕ हे गोबिंद हे गुण निधान ਕੈ ਸਦਾ ਬਵੇਕ हे अपरंपर हर हरे ਪੇ ਹੋਵਨ ਹਾਰ हे संत कै सदा संग ਹਾਰਾ ਆਧਾਰ हे ठाकुर हो दासरो ਨਿਰਗੁਣ ਗੁਣ ਨਹੀਂ ਕੋਏ नानक दीजै नाम दान ਆਖੋ ਹੀ ਐ ਪਰੋਏ आए प्रभ शरणागति ਕਿਰਪਾ ਨਿਧ ਦਇਆਲ एक अखर हर मन बस्त ਨਾਨਕ ਹੋਤ ਨਿਹਾਲ वाहिगुरु नाम जहाज है ਚੜੇ ਸੋ ਉਤਰੇ ਪਾਰ जो शरदा कर सेवंदे ਪਾਰ ਉਤਾਰਨ ਹਾਰ वाहिगुरु नाम जहाज है ਚੜੇ ਸੋ ਉਤਰੇ ਪਾਰ जो शरदा कर सेवंदे ਪਾਰ ਉਤਾਰਨ ਹਾਰ वाहिगुरु जी का खालसा ਖਾਲਸਾ ਵਾਹਿਗੁਰੂ ਜੀ ਕੀ ਫਤਿਹ।